ਗੁਰੂ ਨਾਨਕ ਪਦ ਸਿਮਰੋ ਅੰਗਦ ਗੁਰ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਨਾਨਕੇ ਨਾਸਕ ਨਾਸਕ ਹਰ ਗੋਬਿੰਦ ਸ਼ੁਭ ਮਤ ਕਰ ਕਾਸਕ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਚੌਪਈ ਦੋਨੋਂ ਪੱਖਨ ਕੀ ਦੁਇ ਬਾਤ ਭਈ ਸਭਾ ਮਹਿ ਸੁਭ ਬਖਿਆਤ। ਗੁਰੂ ਕਹਿਓ ਆਇਓ ਕਲ ਕਾਲਾ ਦੁਸਟਨ ਕੋ ਭਾ ਤੇਜ ਕਰਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कार योग सन्मान योग गुरु की साजी और नवाजी हुई गुरु खालसा साध संगत जियो धनता दे पात्र हो। नौवें पातशाह जगत गुरु श्री गुरु तेग बहादुर साहिब जी महाराज जी दे पावन पवित्र चरण छो प्राप्त इतिहासक स्थान ते निता प्रति हाजरियां भर के अपने जीवन दियां घड़ियां गुरु लेखे ला के सफला और सकारता कर दे। कलगीधर श्री गुरु गोबिंद सिंह साहिब जी महाराज सतगुरु जी दे पावन पवित्र इतिहास की लड़ीवार कथा बहुत ही अदब सत्कार ते शरदा सहित आप जी सरवण कर रहे। कलगीधर स्वामी मारवाड़ दे इलाके च राजस्थान च विचरदियां पुष्कर नगर आए हैं, जिथे ब्रह्मा जी का वड्डा विशाल मंदिर है और 68 तीर्थां विचों एक प्रसिद्ध तीर्थ है पुष्कर। इत्थे कलगीधर जी ने चरण पाए, पुष्कर निवासी सतगुरां दे दर्शनां नूं पहुंचे।
ਇੱਕ ਚੇਤਨ ਨਾਮ ਦਾ ਪੰਡਤ ਸਤਿਗੁਰਾਂ ਦੇ ਚਰਨਾਂ 'ਚ ਆਇਆ ਹੈ। ਜਗਤ ਨੇ ਜਿਸ ਵਕਤ ਇੱਥੇ ਚਰਨ ਪਾਏ ਸਨ, ਉਸ ਵੇਲੇ ਦੀ ਕੁਝ ਵਿਥਿਆ ਉਹ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਇਹਨਾਂ ਨੇ ਸਾਂਝੀ ਕੀਤੀ। ਸਤਿਗੁਰਾਂ ਨਾਲ ਕੇਸਾ ਧਾਰੀ ਸਿੰਘਾਂ ਨੂੰ ਵੇਖ ਕੇ ਇਹਨਾਂ ਨੇ ਪੁੱਛਿਆ, ਮਹਾਰਾਜ ਆਪ ਜੀ ਦੇ ਨਾਲ ਜਿਹੜੇ ਇਹ ਸਿੰਘ ਨੇ, ਸੇਵਾਦਾਰ ਨੇ, ਇਹਨਾਂ ਦਾ ਸਵਰੂਪ ਨਾ ਹਿੰਦੂਆਂ ਵਾਲਾ ਨਾ ਮੁਸਲਮਾਨਾਂ ਵਾਲਾ ਹੈ। ਸਤਿਗੁਰਾਂ ਆਖਿਆ ਇਹ ਖਾਲਸਾ ਹੈ ਤੇ ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਤੋਂ ਨਿਰਾਲਾ ਹੈ। ਪੁਸ਼ਕਰ ਵਿਖੇ ਕੁਝ ਸਮਾਂ ਰਹਿ ਕੇ ਸਤਿਗੁਰੂ ਜੀ ਨਰਾਇਣੇ ਗਏ ਨੇ, ਜਿੱਥੇ ਦਾਦੂ ਦੀਨ ਦਿਆਲ ਜੀ ਦਾ ਵੱਡਾ ਦਿਉਰਾ ਹੈ। ਦਾਦੂ ਦੀਨ ਦਿਆਲ ਜੀ ਚੰਗੇ ਸਤਪੁਰਸ਼ ਮਹਾਪੁਰਸ਼ ਹੋਏ। ਗੁਰੂ ਘਰ ਨਾਲ ਵੀ ਇਹਨਾਂ ਦਾ ਸੰਬੰਧ ਰਿਹਾ। ਵੈਸੇ ਕਬੀਰ ਪੰਥੀ ਮਹਾਪੁਰਸ਼ ਸਨ। ਇਹਨਾਂ ਦਾ ਜਨਮ ਅਹਿਮਦਾਬਾਦ ਵਿਖੇ ਹੋਇਆ, ਪਰ ਵੱਡਾ ਕੇਂਦਰ ਜੋ ਸੀ ਇਹਨਾਂ ਦਾ ਨਰਾਇਣੇ ਵਿੱਚ, ਜੈਪੁਰ ਦੇ ਨੇੜੇ ਰਾਜਸਥਾਨ ਵਿੱਚ ਸੀ। ਦਾਦੂ ਦੀਨ ਦਿਆਲ ਜੀ ਦੇ ਦਿਉਰੇ ਤੇ ਜੋ ਮਹੰਤ ਸਨ ਉਸ ਵੇਲੇ, ਉਹ ਮਹੰਤ ਜੈਤ ਰਾਮ ਜੀ ਸਨ। ਕਲਗੀਧਰ ਜੀ ਦੇ ਆ ਕੇ ਦਰਸ਼ਨ ਕੀਤੇ ਮਹੰਤ ਜੈਤ ਰਾਮ ਜੀ ਨੇ, ਵਾਰਤਾਲਾਪ ਹੋਈ। ਤਿਨਾਂ ਨੇ ਦਾਦੂ ਦੀਨ ਦਿਆਲ ਜੀ ਦੇ ਕੁਝ ਦੋਹਰੇ ਮਹਾਰਾਜ ਜੀ ਨੂੰ ਸਰਵਣ ਕਰਾਏ ਤੇ ਕਲਗੀਧਰ ਜੀ ਨੇ ਸਿਪਾਹੀ ਦੀ ਬਿਰਤੀ ਵਰਣਨ ਕੀਤੀ, ਉਹਨਾਂ ਨੇ ਸੰਤ ਬਿਰਤੀ ਵਰਣਨ ਕੀਤੀ। ਤੋ ਇਹ ਦੋਨੋਂ ਪੱਖਾਂ ਦਾ ਉੱਥੇ ਨਿਰਣਾ ਹੋਇਆ। ਉਹਨਾਂ ਨੇ ਦੋਹਰਾ ਉਚਾਰਿਆ ਕਿ ਦਾਦੂ ਸਮਾਂ ਵਿਚਾਰ ਕੈ ਕਲ ਕਾ ਲੀਜੈ ਭਾਏ, ਜੇ ਕੋ ਮਾਰੇ ਢੀਮ ਇੱਟ ਲੀਜੈ ਸੀਸ ਚੜਾਏ। ਤੇ ਕਲਗੀਧਰ ਜੀ ਨੇ ਅੱਗੋਂ ਜਵਾਬ ਦਿੱਤਾ, ਦਾਦੂ ਸਮਾਂ ਵਿਚਾਰ ਕੈ ਕਲ ਕਾ ਲੀਜੈ ਭਾਏ, ਜੇ ਕੋ ਮਾਰੇ ਈਂਟ ਢੇਮ ਪਾਥਰ ਹਨੈ ਰਸਾਏ। ਜਦੋਂ ਦੋਵੇਂ ਮਤ ਪੇਸ਼ ਹੋਏ ਤੇ ਜਿੰਨੇ ਉੱਥੇ ਸੁਣਨ ਵਾਲੇ ਸਨ ਸਭ ਬੜੇ ਹੈਰਾਨ ਤੇ ਨਾਲੇ ਹੱਸਦੇ ਐ ਕਿ ਕਲਗੀਧਰ ਪਾਤਸ਼ਾਹ ਜੀ ਨੇ ਵੀ ਬੜੀ ਸੁੰਦਰ ਦੁਹਾਵਲੀ ਉਚਾਰਨ ਕੀਤੀ। ਮਹੰਤ ਜੈਤ ਰਾਮ ਜੀ ਨੇ ਜਿਵੇਂ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ ਹੈ ਔਰ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲਈਆਂ ਹਨ, ਉਹ ਕਥਾ ਅੱਜ ਦੇ ਪ੍ਰਕਰਣ ਵਿੱਚ ਪ੍ਰਸੰਗ ਵਿੱਚ ਆ ਰਹੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰਦੇਵ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦੋਨੋਂ ਪੱਖਨ ਕੀ ਦੁਇ ਬਾਤ। ਦੋਹਾਂ ਪੱਖਾਂ ਦੀਆਂ ਗੱਲਾਂ ਹੋਈਆਂ। ਸੰਤ ਬਿਰਤੀ ਦੀ, ਸਿਪਾਹੀ ਬਿਰਤੀ ਦਾ ਜ਼ਿਕਰ ਹੋਇਆ। ਭਈ ਸਭਾ ਮਹਿ ਸੁਭ ਬਖਿਆਤ। ਸਭਾ ਵਿੱਚ ਬੜੀ ਚੰਗੀ ਵਧੀਆ ਵਿਚਾਰ ਹੋਈ। ਮਹੰਤ ਜੈਤ ਰਾਮ ਜੀ ਨੇ ਸੰਤ ਬਿਰਤੀ ਦੀ ਗੱਲ ਕੀਤੀ, ਕਲਗੀਧਰ ਜੀ ਨੇ ਸੰਤ ਬਿਰਤੀ ਦੇ ਨਾਲ ਨਾਲ ਸਿਪਾਹੀ ਦੀ ਬਿਰਤੀ ਦੀ ਵੀ ਗੱਲ ਕੀਤੀ। ਗੁਰੂ ਕਹਿਓ ਆਇਓ ਕਲ ਕਾਲਾ। ਸਤਿਗੁਰੂ ਜੀ ਕਹਿਣ ਲੱਗੇ, ਮਹੰਤ ਜੈਤ ਰਾਮ ਜੀ ਹੁਣ ਇਹ ਕਲੀ ਕਾਲ ਦਾ ਸਮਾਂ ਆ ਗਿਆ ਹੈ। ਦੁਸ਼ਟਨ ਕੋ ਪਾ ਤੇਜ ਕਰਾਲਾ। ਇਸ ਵੇਲੇ ਨਾ ਦੁਸ਼ਟਾਂ ਦਾ ਕਲੀ ਕਾਲ ਦੇ ਸਮੇਂ ਵਿੱਚ ਵੱਡਾ ਤੇਜ ਹੈ। ਇਹ ਜਰਵਾਣੀ ਬਿਰਤੀ ਧਾਰਨ ਕਰਕੇ, ਮਲੇਛਤਾਈ ਦੀ ਬਿਰਤੀ ਧਾਰਨ ਕਰਕੇ ਰਾਜ ਕਰ ਰਹੇ ਨੇ। ਸੰਤ ਗਰੀਬ ਤੇਨ ਦਿਜ ਦੋਖੀ। ਇਹ ਸੰਤਾਂ ਦੇ, ਗਰੀਬਾਂ ਦੇ, ਗਊਆਂ ਦੇ, ਗਰੀਬ ਉਹਨਾਂ ਦੇ ਦੋਖੀ ਹਨ। ਇਹ ਸੰਤਾਂ ਨੂੰ ਵੀ ਨਹੀਂ ਬਖਸ਼ਦੇ, ਗਰੀਬ ਨੂੰ ਨਹੀਂ ਬਖਸ਼ਦੇ, ਗਊ ਨੂੰ ਨਹੀਂ ਬਖਸ਼ਦੇ। ਕਰਹਿ ਅਵਗਿਆ ਮੂਰਖ ਰੋਖੀ। ਇਹ ਰੋਖ ਧਾਰਨ ਕਰਕੇ, ਕ੍ਰੋਧ ਦੀ ਬਿਰਤੀ ਧਾਰਨ ਕਰਕੇ
ਇਹ ਅਵੱਗਿਆ ਕਰਦੇ ਨੇ, ਮਹਾਂਪੁਰਸ਼ਾਂ ਦੀ, ਸੰਤਾਂ ਦੀ ਅਵੱਗਿਆ ਕਰਦੇ ਨੇ, ਗਰੀਬ ਦੀ ਅਵੱਗਿਆ ਕਰਦੇ ਹਨ। 300 ਦੰਡ ਕਰਨ ਬਨ ਆਵੈ। ਇਹੋ ਜਿਹੇ ਜਿਹੜੇ ਮਲੇਛ ਨੇ ਮਹੰਤ ਜੈਤ ਰਾਮ ਜੀ, ਉਹਨਾਂ ਨੂੰ ਤਾਂ ਦੰਡ ਦੇਣਾ ਹੀ ਬਣਦਾ ਨਾ। ਜਿਹੜੇ ਸੰਤਾਂ ਦੀ ਅਵੱਗਿਆ ਕਰਨ, ਗਊ ਗਰੀਬ ਨੂੰ ਮਾਰਨ, ਉਹਨਾਂ ਨੂੰ ਤਾਂ ਦੰਡ ਦੇਣਾ ਹੀ ਉਚਿਤ ਹੈ, ਦੰਡ ਦੇਣਾ ਹੀ ਬਣਦਾ ਹੈ। ਧਰਨੀ ਸੀਮਾ ਨਹੀਂ ਨਿਭਾਵੈ। ਇਹੋ ਜਿਹੇ ਮਲੇਛਾਂ ਦੇ ਪ੍ਰਤੀ ਆਪਣੇ ਮਨ 'ਚ ਛਿਮਾ ਰੱਖਣੀ ਇਹ ਨਹੀਂ ਬਣ ਆਉਂਦੀ। ਜਿਹੜਾ ਗਊ ਗਰੀਬ ਨੂੰ ਮਾਰੇ, ਜਿਹੜਾ ਮਹਾਂਪੁਰਸ਼ਾਂ ਸਾਧੂਆਂ ਨੂੰ ਮਾਰੇ, ਉਹਨਾਂ ਦੀ ਅਵੱਗਿਆ ਕਰੇ, ਇਹੋ ਜਿਹੇ ਲੋਕਾਂ ਵਾਸਤੇ ਆਪਣੇ ਮਨ 'ਚ ਛਿਮਾ ਨਹੀਂ ਰੱਖਣੀ। ਤੇਗ ਤੁਪਕ ਤੀਰਨ ਖਰ ਧਰ ਕਰ। ਇਹੋ ਜਿਹੇ ਮਲੇਛਾਂ ਨੂੰ ਖਤਮ ਕਰਨ ਵਾਸਤੇ ਤਲਵਾਰ, ਬੰਦੂਕ, ਤੀਰ, ਤਿੱਖੇ ਸ਼ਸਤਰ ਧਾਰਨ ਕਰਕੇ ਕਰਹਿ ਦਿਖਾਵਨ ਤੇਜ ਤਰਾ ਤਰ। ਇਹਨਾਂ ਨੂੰ ਆਪਣਾ ਵੱਡਾ ਭਾਰੀ ਤੇਜ ਵਿਖਾਉਣਾ ਚਾਹੀਦਾ ਹੈ। ਇਹਨਾਂ ਜਰਵਾਣਿਆਂ ਨੂੰ ਅੱਗੋਂ ਆਪਣੇ ਸ਼ਸਤਰਾਂ ਦੀ ਭਾਸ਼ਾ ਸਮਝਾਉਣੀ ਚਾਹੀਦੀ ਹੈ। ਤੋ ਕਲ ਕਾਲ ਬਿਖੈ ਬਨ ਆਵੈ। ਤਾਂ ਕਲੀ ਕਾਲ ਦੇ ਸਮੇਂ ਦੇ ਵਿੱਚ ਇਹ ਖੇਡ ਬਣ ਸਕਦੀ ਹੈ, ਤਾਂ ਕਲੀ ਕਾਲ ਦੇ ਜੀਵਾਂ ਦਾ ਨਿਰਵਾਹ ਹੋ ਸਕਦਾ ਹੈ। ਜੀਤਹਿ ਹਤ ਚਿੰਤਾ ਬਿਸਰਾਵੈ। ਔਰ ਲੋਕਾਂ ਦੇ ਮਨਾਂ ਦੇ ਵਿੱਚੋਂ ਚਿੰਤਾ ਦੂਰ ਹੋਵੇ, ਔਰ ਇਹਨਾਂ ਮਲੇਛਾਂ ਦੀ ਨੱਕ 'ਚ ਨਕੇਲ ਪਵੇ। ਸੁਧ ਬੁੱਧ ਸਹਿਤ ਭਲੇ ਗੁਣ ਸਾਰੇ। ਮਹਾਰਾਜ ਜੀ ਕਹਿੰਦੇ ਸ਼ੁੱਧ ਬੁੱਧ ਦੇ ਸਹਿਤ ਜਿੰਨੇ ਭਲੇ ਗੁਣ ਹਨ, ਨਰ ਔਰਤੇ ਕਲ ਯੁਗ ਨਿਰਵਾਰੇ। ਕਲਯੁਗ ਦੇ ਲੋਕਾਂ ਨੇ ਇਹੋ ਜਿਹੇ ਸ਼ੁਭ ਗੁਣਾਂ ਨੂੰ, ਸ਼ੁੱਧ ਬੁੱਧੀ ਨੂੰ ਆਪਣੇ ਹਿਰਦੇ ਚੋਂ ਨਿਵਾਰ ਦਿੱਤਾ, ਤਿਆਗ ਦਿੱਤਾ ਹੈ। ਤਰਹਿ ਸ਼ਸਤਰ ਸਿਮਰਹਿ ਸਤਨਾਮੂ। ਮਹਾਰਾਜ ਜੀ ਕਹਿੰਦੇ ਅਸੀਂ ਜਿਹੜਾ ਪੰਥ ਸਾਜਿਆ ਹੈ ਮਹੰਤ ਜੀ, ਸਾਡਾ ਪੰਥ ਜਿੱਥੇ ਸ਼ਸਤਰ ਧਾਰਨ ਕਰਨ ਵਾਲਾ ਹੈ, ਉੱਥੇ ਨਾਲ ਸੱਚੇ ਨਾਮ ਦਾ ਸਿਮਰਨ ਕਰਨ ਵਾਲਾ ਵੀ ਹੈ। ਇਹ ਨਹੀਂ ਕਿ ਅਸੀਂ ਕੱਲਾ ਸ਼ਸਤਰ ਧਾਰਨ ਕਰਾਇਆ ਆਪਣੇ ਖਾਲਸੇ ਨੂੰ, ਅਸੀਂ ਆਪਣੇ ਪੰਥ ਨੂੰ ਜਿੱਥੇ ਸ਼ਸਤਰ ਧਾਰਨ ਕਰਵਾਏ ਨੇ, ਉੱਥੇ ਸਾਡਾ ਪੰਥ ਸੱਚੇ ਨਾਮ ਦਾ ਸਿਮਰਨ ਕਰਨ ਵਾਲਾ ਵੀ ਹੈ। ਯਾਨੀ ਕਿ ਸੰਤ ਵੀ ਹੈ ਔਰ ਸਿਪਾਹੀ ਵੀ ਹੈ। ਧਰਮ ਤਰਹਿ ਪਹੁੰਚੈ ਸੁਰ ਧਾਮੂ। ਇਹ ਸ਼ਸਤਰ ਧਾਰਨ ਕਰਕੇ ਜਿਹੜੇ ਆਪਣੇ ਧਰਮ ਨੂੰ ਪਾਲਦੇ ਨੇ, ਆਪਣੇ ਧਰਮ ਦੀ ਰਾਖੀ ਕਰਦੇ ਨੇ, ਉਹ ਅੰਤ ਨੂੰ ਸੁਖ ਧਾਮ ਨਿਰੰਕਾਰ ਦੇ ਘਰ ਵਿੱਚ ਪਹੁੰਚ ਕੇ ਵਾਹਿਗੁਰੂ ਵਿੱਚ ਭੇਦ ਹੁੰਦੇ ਹਨ। ਇਸ ਕਾਰਨ ਤੇ ਪੰਥ ਉਪਾਇਓ। ਇਸੇ ਕਾਰਨ ਕਰਕੇ ਮਹੰਤ ਜੈਤ ਰਾਮ ਜੀ, ਅਸੀਂ ਆਪਣਾ ਇਹ ਪੰਥ ਖਾਲਸਾ ਪੰਥ ਪੈਦਾ ਕੀਤਾ ਹੈ। ਦੇ ਆਯੁਧ ਰਸ ਵੀਰ ਵਧਾਇਓ। ਔਰ ਸ਼ਸਤਰ ਦੇ ਕੇ ਆਪਣੇ ਖਾਲਸੇ ਨੂੰ ਇਹਨਾਂ ਵਿੱਚ ਵੀਰ ਰਸ ਵਧਾਇਆ। ਵੀਰ ਰਸ ਦਾ ਇਹਨਾਂ ਨੂੰ ਧਾਰ ਨਹੀਂ ਬਣਾਇਆ, ਪਰ ਸ਼ਾਂਤ ਰਸ ਵੀ ਇਹਨਾਂ ਨੂੰ ਨਾਲ ਦਿੱਤਾ ਹੈ। ਸ਼ਾਂਤ ਰਸ ਔਰ ਵੀਰ ਰਸ ਦਾ ਅਸੀਂ ਸੁਮੇਲ ਕੀਤਾ ਹੈ। ਬਚਨ ਬਿਲਾਸ ਕਰੇ ਇਤਿਆਦ। ਕਿਉਂਕਿ ਸ਼ਾਂਤ ਰਸ ਵੀ ਚਾਹੀਦਾ ਤੇ ਵੀਰ ਰਸ ਵੀ ਚਾਹੀਦਾ। ਸ਼ਾਂਤ ਰਸ ਦੀ ਰਾਖੀ ਲਈ ਵੀਰ ਰਸ ਦੀ ਲੋੜ ਪੈਂਦੀ ਹੈ, ਨਹੀਂ ਤਾਂ ਸ਼ਾਂਤ ਰਸ ਦੀ ਰੱਖਿਆ ਕਿਵੇਂ ਹੋਵੇਗੀ। ਸ਼ਾਂਤ ਰਸ ਨੂੰ ਖਤਮ ਕੀਤਾ ਔਰੰਗੇ ਨੇ 9ਵੇਂ ਪਾਤਸ਼ਾਹ ਦੇ ਸੀਸ ਦੇ ਉੱਤੇ ਤੇਗਾਂ ਚਲਾਈਆਂ। ਸਤਿਗੁਰੂ ਸ਼ਾਂਤ ਰਸ ਵਿੱਚ ਨੇ, ਪਰ ਹੁਣ ਜਦੋਂ ਸ਼ਾਂਤ ਰਸ ਨੂੰ ਵੀ ਨਹੀਂ ਟਿਕਣ ਦਿੰਦੇ, ਤੇ ਸ਼ਾਂਤ ਰਸ ਨੂੰ ਰੱਖਣ ਵਾਸਤੇ ਫਿਰ ਵੀਰ ਰਸ ਧਾਰਨ ਕਰਨਾ ਜ਼ਰੂਰੀ ਸੀ। ਸਤਿਗੁਰੂ ਕਲਗੀਧਰ ਜੀ ਦੇ ਬਚਨ ਨੇ ਦਸਮ ਬਾਣੀ 'ਚ, ਗੁਰਦੇਵ ਕਹਿੰਦੇ ਆ ਯੁੱਧ ਕਰੇ ਤਬ ਸ਼ਾਂਤ। ਜਦੋਂ ਯੁੱਧ ਹੁੰਦਾ ਫਿਰ ਬਾਅਦ ਵਿੱਚ ਸ਼ਾਂਤੀ ਵਰਤਦੀ ਹੈ। ਯੁੱਧ ਕਰੇ ਤਬ ਸ਼ਾਂਤ, ਨਹੀਂ ਤਾਂ ਪਹਿਲਾਂ ਥੋੜੀ ਬਹੁਤੀ ਖਾ ਖਾਈ ਜੀ ਹੁੰਦੀ ਰਹਿੰਦੀ ਹੈ, ਬੋਲ ਬਲਈਆ ਜਾਂ ਹੁੰਦਾ ਰਹਿੰਦਾ। ਜਦੋਂ ਮਾੜੀ ਮਾੜੀ ਖਟਪਟ ਹੁੰਦੀ, ਅਖੀਰ ਨੂੰ ਜਦੋਂ ਚੰਗੀ ਤਰ੍ਹਾਂ ਛਿੱਤਰ ਪੋਲਾ ਹੋ ਜਾਏ ਨਾ, ਤੇ ਫਿਰ ਦੋਵੇਂ ਧਿਰਾਂ ਸ਼ਾਂਤ ਜੀਆਂ ਹੋ ਕੇ ਬਹਿ ਜਾਂਦੀਆਂ ਵੀ ਹੁਣ ਗੋਬਰ ਨਿਕਲ ਗਿਆ। ਪਰ ਜਦੋਂ ਤੱਕ ਉਹ ਮਾੜੀ ਮੋਟੀ ਜੀ ਉਹ ਖਾ ਖਾਈ ਜੀ ਹੁੰਦੀ ਨਾ, ਖਟਪਟੀ ਜੀ, ਉਦੋਂ ਤੱਕ ਸ਼ਾਂਤੀ ਨਹੀਂ ਹੁੰਦੀ, ਨਾ ਉਧਰ ਨਾ ਇੱਧਰ। ਜਦੋਂ ਇੱਕ ਵਾਰੀ ਚੰਗੀ ਤਰ੍ਹਾਂ ਜੰਗ ਹੋ ਜਾਏ, ਚੰਗੀ ਤਰ੍ਹਾਂ ਯੁੱਧ ਹੋ ਜਾਏ, ਗੋਬਰ ਨਿਕਲ ਜਾਏ ਦੋਹਾਂ ਪਾਸਿਓਂ, ਤੇ ਫਿਰ ਬਾਅਦ 'ਚ ਸ਼ਾਂਤੀ ਬਣ ਜਾਂਦੀ ਹੈ। ਅਖੀਰ ਨੂੰ ਜਦੋਂ ਧਿਰਾਂ ਬਹਿੰਦੀਆਂ ਨੇ, ਪੰਚਾਇਤਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ,
ਜਦੋਂ ਦੋਹਾਂ ਪਾਸੋਂ ਚੰਗੀ ਤਰ੍ਹਾਂ ਬੋਲ ਬਲਈਆ ਹੋ ਜਾਏ, ਦੋਹਾਂ ਪਾਸੋਂ ਆਪੋ ਆਪਣੀਆਂ ਗੱਲਾਂ ਸੁਣਾ ਲੈਣ, ਉਹ ਆਪਣੀਆਂ ਤੇ ਫਿਰ ਬਾਅਦ ਵਿੱਚ ਕਹਿੰਦੇ ਹੁਣ ਨਿਬੜ ਗਈਆਂ ਨੇ, ਵਿੱਚ ਜਿਹੜਾ ਬੈਠਾ ਹੁੰਦਾ ਪੰਚਾਇਤੀ ਬੰਦਾ ਕਹਿੰਦਾ ਹੁਣ ਆਹ ਕੰਮ ਕਰੋ, ਆਹ ਫੈਸਲੇ ਇਦਾਂ ਕਰੋ, ਇਦਾਂ ਰਾਜੀਨਾਮਾ ਹੋਵੇਗਾ। ਤੇ ਯੁੱਧ ਤੋਂ ਬਾਅਦ ਹਮੇਸ਼ਾ ਸ਼ਾਂਤੀ ਆਉਂਦੀ ਹੈ, ਇਹੀ ਵਿਧਾਨ ਹੈ। ਕਿਉਂਕਿ ਸ਼ਾਂਤੀ ਨੂੰ ਖਤਮ ਕਰਨ ਵਾਸਤੇ ਜਦੋਂ ਬਾਰ-ਬਾਰ ਕੋਈ ਹਮਲਾਵਰ ਹੋ ਕੇ ਆਵੇਗਾ ਤੇ ਅਖੀਰ ਨੂੰ ਉਸ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਵੀਰ ਰਸ ਦੀ ਲੋੜ ਤਾਂ ਪੈਣੀ ਸੀ ਨਾ। 6ਵੇਂ ਪਾਤਸ਼ਾਹ ਜੀ ਨੂੰ ਮਰਹੱਟਿਆਂ ਦੇ ਗੁਰੂ ਸਮਰੱਥ ਰਾਮਦਾਸ ਨੇ ਸਵਾਲ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ। ਮਹਾਰਾਜ 6ਵੇਂ ਪਾਤਸ਼ਾਹ ਨੂੰ ਸਮਰੱਥ ਰਾਮਦਾਸ ਜੀ ਕਹਿਣ ਲੱਗੇ, ਜੀ ਗੁਰੂ ਨੂੰ ਹੱਥ 'ਚ ਮਾਲਾ ਫੇਰਨੀ ਚਾਹੀਦੀ ਹੈ ਤੇ ਤੁਸੀਂ ਹੱਥਾਂ 'ਚ ਤਲਵਾਰ ਪਕੜ ਲਈ ਹੈ, ਉਹ ਵੀ ਇੱਕ ਨਹੀਂ 2 ਤਲਵਾਰਾਂ ਧਾਰਨ ਕੀਤੀਆਂ ਮੀਰੀ ਪੀਰੀ ਦੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਸਮਰੱਥ ਰਾਮਦਾਸ ਜੀ ਅਸੀਂ 5ਵੇਂ ਜਾਮੇ ਤੱਕ ਮਾਲਾ ਹੀ ਫੇਰੀ ਆ, ਸ਼ਾਂਤੀ ਨਾਲ ਬਹਿ ਕੇ ਮੰਜੀ ਬਹਿ ਸੰਤੋਖ ਦਾ। ਅਸੀਂ ਤਾਂ ਸ਼ਾਂਤੀ ਦਾ ਉਪਦੇਸ਼ ਹੀ ਦਿੰਦੇ ਰਹੇ ਹਾਂ ਤੇ ਹੱਥ 'ਚ ਮਾਲਾ ਹੀ ਫੇਰੀ ਆ 5ਵੇਂ ਜਾਮੇ ਤਾਈਂ, ਪਰ ਜਦੋਂ ਸਾਡੇ ਹੱਥ 'ਚੋਂ ਮਾਲਾ ਖੋਹਣ ਦਾ ਯਤਨ ਕੀਤਾ ਤੇ ਹੁਣ ਅਸੀਂ ਦੂਜੇ ਹੱਥ ਵਿੱਚ ਕਿਰਪਾਨ ਪਕੜ ਲਿਆ, ਮਾਲਾ ਹੁਣ ਵੀ ਨਹੀਂ ਛੱਡੀ, ਮਾਲਾ ਹੁਣ ਵੀ ਸਾਡੇ ਕੋਲ ਹੈ, ਪਰ ਤਲਵਾਰ ਫੜ ਲਿਆ ਸੱਜੇ ਹੱਥ ਵਿੱਚ ਜੀ, ਵੀ ਜੇ ਸਾਡੀ ਮਾਲਾ ਖੋਹਣ ਦਾ ਯਤਨ ਕਰੋਗੇ ਤੇ ਫਿਰ ਇਹ ਤਲਵਾਰ ਦੇ ਨਾਲ ਤੁਹਾਨੂੰ ਰੋਕਾਂਗੇ, ਮੁਕਾਬਲਾ ਕਰਾਂਗੇ। ਯਾਨੀ ਕਿ ਇੱਥੇ ਮਾਲਾ ਸੀ ਸ਼ਾਂਤੀ, ਇੱਥੇ ਮਾਲਾ ਸੀ ਧਰਮ। ਆਪਣੇ ਧਰਮ ਦੀ ਰਾਖੀ ਵਾਸਤੇ ਸ਼ਸਤਰ ਧਾਰਨ ਕੀਤੇ ਹੈ। ਮਹਾਰਾਜ ਜੀ ਕਹਿੰਦੇ, ਮਹੰਤ ਜੀ ਸਾਡੇ ਪੰਥ ਨੂੰ ਅਸੀਂ ਸ਼ਾਂਤ ਰਸ ਔਰ ਵੀਰ ਰਸ ਦੋਨਾਂ ਦਾ ਧਾਰਨੀ ਬਣਾਇਆ ਹੈ। ਇਹਦੇ 'ਚ ਸ਼ਾਂਤ ਰਸ ਵੀ ਆ, ਇਹਦੇ 'ਚ ਵੀਰ ਰਸ ਵੀ ਹੈ। ਇਹ ਦੋਨਾਂ ਦਾ ਸੁਮੇਲ ਕੀਤਾ, ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ ਆਪਣੇ ਖਾਲਸੇ ਪੰਥ ਵਿੱਚ। ਭਗਤੀ ਵੀ ਆ, ਸ਼ਕਤੀ ਵੀ ਹੈ, ਸੰਤ ਪੁਣੇ ਦੀ ਬਿਰਤੀ ਵੀ ਆ, ਸਿਪਾਹੀ ਪੁਣੇ ਦੀ ਬਿਰਤੀ ਵੀ ਹੈ। ਅਸੀਂ ਦੋਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਆਪਣਾ ਖਾਲਸਾ ਪੰਥ ਬਣਾਇਆ ਹੈ। ਬਚਨ ਬਿਲਾਸ ਕਰੇ ਇਤਿਆਦ। ਏਦਾਂ ਸਤਿਗੁਰੂ ਜੀ ਨੇ ਮਹੰਤ ਜੈਤ ਰਾਮ ਜੀ ਨਾਲ ਬੈਠ ਕੇ ਕੁਝ ਸਮੇਂ ਲਈ ਬਚਨ ਬਿਲਾਸ ਕੀਤੇ। ਹਰਖੇ ਦੋ ਦਿਸ ਸੁਨ ਸੰਵਾਦ। ਇਹ ਸੰਵਾਦ ਹੋਇਆ ਜਿਸ ਵਕਤ ਤੇ ਮਹੰਤ ਜੈਤ ਰਾਮ ਜੀ ਦੇ ਜਿਹੜੇ ਚੇਲੇ ਸਨ ਉਹ ਵੀ ਸੁਣ ਕੇ ਖੁਸ਼ ਹੋਏ। ਕਲਗੀਧਰ ਜੀ ਦੇ ਪਾਸ ਜਿੰਨੇ ਸਿੰਘ ਬੈਠੇ ਸੀ ਉਹ ਵੀ ਸੁਣ ਕੇ ਖੁਸ਼ ਹੋਏ ਕਿ ਇੱਕ ਚੰਗੇ ਮਾਹੌਲ ਵਿੱਚ ਇੱਕ ਚੰਗਾ ਸੰਵਾਦ ਹੋਇਆ ਹੈ। ਸਾਧ ਜੈਤ ਕਰ ਜੋਰ ਉਚਾਰਾ। ਮਹੰਤ ਜੈਤ ਰਾਮ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ, ਆਜ ਦੇਗ ਤੇ ਲਿਹੋ ਭੰਡਾਰਾ। ਮਹਾਰਾਜ ਤੁਸੀਂ ਸਾਡੇ ਪਾਸ ਆਏ ਹੋ, ਸਾਡੇ ਪ੍ਰਾਹੁਣੇ ਹੋ, ਅੱਜ ਤੁਸੀਂ ਕਿਰਪਾ ਕਰੋ, ਅੱਜ ਸਾਡੇ ਘਰੋਂ ਲੰਗਰ ਪ੍ਰਾਪਤ ਕਰੋ। ਅੱਜ ਅਸੀਂ ਤੁਹਾਡੇ ਲੰਗਰ ਪ੍ਰਸ਼ਾਦ ਦੇ ਲਈ ਰਸਤਾਂ ਬਸਤਾਂ ਭੇਟ ਕਰਨਾ ਚਾਹੁੰਦੇ ਹਾਂ। ਆਪ ਜੀ ਨੂੰ ਅਸੀਂ ਆਪਣੇ ਭੰਡਾਰੇ ਚੋਂ ਭੋਜਨ ਛਕਾਣਾ ਚਾਹੁੰਦੇ ਹਾਂ। ਸ਼੍ਰੀ ਦਾਦੂ ਅਸ ਹੁਕਮ ਬਖਾਨਾ। ਕਿਉਂਕਿ ਸਾਡੇ ਵੱਡੇ ਦਾਦੂ ਦੀਨ ਦਿਆਲ ਜੀ ਸਾਨੂੰ ਇਹ ਹੁਕਮ ਕਰ ਗਏ ਨੇ, ਆਏ ਜੇ ਇਹਾਂ ਸਭਨ ਦੇ ਖਾਨਾ। ਉਹਨਾਂ ਦਾ ਹੁਕਮ ਹੈ ਕਿ ਜੋ ਵੀ ਇੱਥੇ ਆਵੇ, ਕੋਈ ਵੀ ਆਵੇ, ਉਹਨੂੰ ਭੋਜਨ ਛਕਾਉਣਾ। ਇਹ ਸਾਡੇ ਵੱਡੇ ਸਾਨੂੰ ਹੁਕਮ ਕਰ ਗਏ ਨੇ ਵੀ ਕੋਈ ਵੀ ਆਵੇ ਸਾਡੇ ਪਾਸ, ਉਹਨੂੰ ਭੋਜਨ ਛਕਾਉਣਾ, ਭੋਜਨ ਛਕਾ ਕੇ ਸੇਵਾ ਟਹਿਲ ਕਰਨੀ ਹੈ। ਜਾਂ ਤੇ ਲੀਜੈ ਭਾਉ ਹਮਾਰੋ। ਇਸ ਕਰਕੇ ਗੁਰਦੇਵ ਜੀ ਤੁਸੀਂ ਸਾਡੀ ਭਾਵਨਾ ਪ੍ਰਵਾਨ ਕਰੋ, ਸਾਡੇ ਕੋਲੋਂ ਅੱਜ ਦਾ ਭੋਜਨ ਪ੍ਰਵਾਨ ਕਰੋ। ਦਲ ਜੁਤ ਕੀਜੈ ਅੰਗੀਕਾਰੋ। ਆਪਣੇ ਸਾਰੇ ਦਲ ਸਮੇਤ, ਆਪਣੇ ਸਾਰੇ ਪੰਥ ਸਮੇਤ ਜਿੰਨੇ ਸਿੰਘ ਤੁਹਾਡੇ ਨਾਲ ਆਏ ਨੇ, ਸਾਰਿਆਂ ਦੇ ਸਮੇਤ ਸਾਡੇ ਕੋਲੋਂ ਅੱਜ ਆਪ ਜੀ ਭੋਜਨ ਪ੍ਰਵਾਨ ਕਰੋ, ਅੰਗੀਕਾਰ ਕਰੋ। ਸ਼੍ਰੀ ਪ੍ਰਭ ਜੀ ਸੁਣ ਕੇ ਮੁਸਕਾਏ। ਜਦੋਂ ਸਤਿਗੁਰੂ ਕਲਗੀਧਰ ਜੀ ਨੇ ਮਹੰਤ ਜੈਤ ਰਾਮ ਜੀ ਦੀ ਇਹ ਬੇਨਤੀ ਸੁਣੀ ਤੇ ਸੁਣ ਕੇ ਸਤਿਗੁਰੂ ਮੁਸਕਰਾਏ। ਪਤਿਆਵਨ ਹਿਤ ਤਾਹੇ ਅਲਾਏ। ਮਹੰਤ ਜੈਤ ਰਾਮ ਨੂੰ ਅਜਮਾਉਣ ਵਾਸਤੇ, ਮਹੰਤ ਜੀ ਨੂੰ ਪਰਖਣ ਵਾਸਤੇ ਮਹਾਰਾਜ ਕਲਗੀਧਰ ਜੀ ਬੋਲੇ, ਹਮਰੇ ਸੰਗ ਬਾਜ ਬਹੁ ਤੇਰੇ। ਮਹਾਰਾਜ ਜੀ ਕਹਿੰਦੇ ਆ, ਮਹੰਤ ਜੀ ਸੰਗ ਹਮਾਰੇ ਮਾਸਾਹਾਰੀ। ਭਾਈ ਰਤਨ ਸਿੰਘ ਜੀ ਨੇ ਵੀ ਕਥਾ ਲਿਖੀ ਪੰਥ ਪ੍ਰਕਾਸ਼ ਵਿੱਚ।
ਮਹਾਰਾਜ ਜੀ ਕਹਿਣ ਲੱਗੇ, ਮਹੰਤ ਜੀ ਸਾਡੇ ਨਾਲ ਤਾਂ ਬਾਜ ਨੇ, ਸਾਡੇ ਬਾਜ ਜਿਹੜੇ ਨੇ ਉਹ ਮਾਸ ਖਾਂਦੇ ਆ, ਕਿਉਂਕਿ ਕਬੀਰ ਪੰਥੀ ਸੀ, ਵੈਸ਼ਨਵ ਸਨ, ਵੈਸ਼ਨਵ ਮਤ ਦੇ ਧਾਰਨੀ ਸਨ। ਮਹਾਰਾਜ ਜੀ ਹੁਣ ਪਰਖਦੇ ਆ, ਅਜਮਾਉਂਦੇ ਆ ਮਹੰਤ ਜੈਤ ਰਾਮ ਜੀ ਨੂੰ ਵੀ ਵਾਕਈ ਭਾਵਨਾ ਹੈ ਭੋਜਨ ਛਕਾਉਣ ਦੀ। ਕਹਿਣ ਲੱਗੇ, ਮਹੰਤ ਜੀ ਸਾਡੇ ਨਾਲ ਤਾਂ ਸਾਡੇ ਬਾਜ ਹਨ, ਤੇ ਜਿਹੜੇ ਸਾਡੇ ਬਾਜ ਨੇ ਨਹਿ ਆਹਾਰ ਪਾਇਓ ਇਸ ਬੇਰੇ, ਉਹਨਾਂ ਨੂੰ ਅੱਜ ਪਿੱਛੇ ਅਸੀਂ ਭੋਜਨ ਨਹੀਂ ਛਕਾ ਸਕੇ, ਜਿਹੜਾ ਉਹਨਾਂ ਦਾ ਭੋਜਨ ਹੈ, ਜਿਹੜਾ ਸਾਡੇ ਬਾਜ ਖਾਂਦੇ ਆ। ਮਹਾਰਾਜ ਕਹਿੰਦੇ ਅੱਜ ਉਹਨਾਂ ਨੂੰ ਅਸੀਂ ਛਕਾ ਨਹੀਂ ਸਕੇ ਰਸਤੇ ਦੇ ਵਿੱਚ। ਹਾਂਜੀ, ਇਨ ਕੋ ਤ੍ਰਿਪਤ ਪ੍ਰਥਮ ਕਰ ਲੀਜੈ। ਤੇ ਮਹੰਤ ਜੀ ਜਦੋਂ ਤੱਕ ਸਾਡੇ ਬਾਜ ਨਾ ਖਾਣ ਉਦੋਂ ਤੱਕ ਅਸੀਂ ਨਹੀਂ ਖਾਂਦੇ। ਇਹ ਅੱਜ ਖਾ ਕੇ ਨਹੀਂ ਆਏ, ਪਿੱਛੇ ਬਾਜਾਂ ਨੂੰ ਅਸੀਂ ਕੋਈ ਛਕਾਇਆ ਨਹੀਂ, ਤੇ ਏਦਾਂ ਕਰੀਏ ਮਹੰਤ ਜੀ ਪਹਿਲਾਂ ਇਹਨਾਂ ਨੂੰ ਛਕਾਓ, ਜਿਹੜਾ ਭੋਜਨ ਇਹਨਾਂ ਦਾ ਪਹਿਲਾਂ ਇਹਨਾਂ ਨੂੰ ਛਕਾਓ, ਤੇ ਬਾਅਦ ਵਿੱਚ ਅਸੀਂ ਅੰਗੀਕਾਰ ਕਰਾਂਗੇ। ਪਾਛੇ ਹਮ ਦੇਗ ਕਹਿ ਦੀਜੈ। ਪਹਿਲਾਂ ਸਾਡੇ ਬਾਜਾਂ ਨੂੰ ਤ੍ਰਿਪਤ ਕਰੋ, ਇਹਨਾਂ ਨੂੰ ਛਕਾਓ, ਤੇ ਬਾਅਦ ਵਿੱਚ ਸਾਨੂੰ ਤ੍ਰਿਪਤ ਕਰ ਦਿਓ, ਬਾਅਦ ਵਿੱਚ ਸਾਨੂੰ ਦੇਗ ਦੇ ਦਿਓ। ਸੁਨਤ ਸਾਧ ਉਪਜੀ ਦੁਚਿਤਾਈ। ਜਦੋਂ ਸਤਿਗੁਰਾਂ ਨੇ ਬਚਨ ਕਹੇ ਤੇ ਮਹੰਤ ਜੈਤ ਰਾਮ ਜੀ ਦੇ ਮਨ 'ਚ ਦੁਚਿੱਤੀ ਪੈਦਾ ਹੋ ਗਈ ਵੀ ਬਾਜ ਤਾਂ ਮਾਸ ਖਾਂਦੇ ਆ। ਜਦੋਂ ਸਤਿਗੁਰਾਂ ਕਿਹਾ ਨਾ ਵੀ ਪਹਿਲਾਂ ਇਹਨਾਂ ਨੂੰ ਛਕਾਓ, ਇਹ ਛਕ ਲੈਣਗੇ, ਬਾਅਦ 'ਚ ਅਸੀਂ ਛਕਾਂਗੇ। ਜਦੋਂ ਇਹ ਗੱਲ ਸੁਣੀ ਮਹੰਤ ਜੈਤ ਰਾਮ ਜੀ ਦੇ ਮਨ ਵਿੱਚ ਦੁਚਿੱਤੀ ਪੈਦਾ ਹੋਈ। ਇਹੋ ਅਨਬਨ ਕੈਸੇ ਬਨ ਆਈ। ਸੋਚਦੇ ਵੀ ਇਹ ਧਨ ਬਣੀ ਬਾਤ ਹੋ ਗਈ, ਅਸੀਂ ਵੈਸ਼ਨਵ, ਅਸੀਂ ਤਾਂ ਆਪਣੇ ਲੰਗਰ ਦੇ ਵਿੱਚ ਪਿਆਜ਼ ਤੱਕ ਨਹੀਂ ਵਰਤਦੇ, ਲਸਣ ਤੱਕ ਨਹੀਂ ਵਰਤਦੇ, ਤੇ ਮਾਸ ਕਿਵੇਂ ਛਕਾਵਾਂਗੇ ਬਾਜਾਂ ਨੂੰ। ਮਨ 'ਚ ਬੜੀ ਵੱਡੀ ਭਾਰੀ ਦੁਚਿੱਤੀ ਆ ਗਈ। ਧਰਮ ਅਹਿੰਸ ਸਦਾ ਹਮ ਮਾਹੀ। ਸਾਡਾ ਤਾਂ ਅਹਿੰਸਾਵਾਦੀ ਧਰਮ ਹੈ, ਜਿਵੇਂ ਕਿ ਪਹਿਲਾਂ ਉਹਨਾਂ ਨੇ ਕਿਹਾ ਹੀ ਹੈ ਨਾ ਵੀ ਜੇ ਕੋਈ ਪੱਥਰ ਮਾਰੇ, ਇੱਟ ਮਾਰੇ, ਤੇ ਆਪਣੇ ਸੀਸ ਤੇ ਚੜਾ ਲਓ, ਵੀ ਅਸੀਂ ਤਾਂ ਅੱਗੋਂ ਮਾਰਦੇ ਨਹੀਂ, ਪਲਟਵਾ। ਸਾਡਾ ਅਹਿੰਸਾਵਾਦੀ ਧਰਮ ਹੈ। ਬਾਜ ਮਾਸ ਬਿਨ ਤ੍ਰਿਪਤੈ ਨਾਹੀ। ਤੇ ਜਿਹੜੇ ਬਾਜ ਨੇ ਉਹ ਮਾਸ ਖਾਧੇ ਬਿਨਾ ਰੱਜਦੇ ਨਹੀਂ ਹਨ, ਉਹਨਾਂ ਦਾ ਭੋਜਨ ਹੀ ਮਾਸ ਹੈ, ਉਹ ਮਾਸ ਖਾਣ ਤੋਂ ਬਿਨਾ ਤ੍ਰਿਪਤੀ ਨਹੀਂ ਹੋ ਸਕਦੇ। ਸਤਿਗੁਰ ਭੀ ਜਾਣਤ ਇਮ ਆਛੇ। ਇਹ ਗੱਲ ਸਤਿਗੁਰੂ ਜੀ ਵੀ ਜਾਣਦੇ ਨੇ ਵੀ ਮਾਸ ਬਾਜਾਂ ਦਾ ਭੋਜਨ ਤਾਂ ਹੈ ਹੀ ਮਾਸ, ਉਹ ਤਾਂ ਖਾਂਦੇ ਹੀ ਨਹੀਂ, ਹੋਰ ਕੋਈ ਚੀਜ਼ ਵਸਤੂ ਨਹੀਂ ਖਾਂਦੇ। ਬਹੁਤ ਸਾਲ ਹੋ ਗਏ, ਦਾਸ ਉਦੋਂ ਅੰਬਾਲੇ ਹੁੰਦਾ ਸੀ, 17-18 ਵਰ੍ਹਿਆਂ ਦੀ ਉਮਰ ਸੀ, ਤੇ ਉੱਥੇ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਬਾਦਸ਼ਾਹੀ ਬਾਗ, ਜਿੱਥੇ ਚਿੜੀਆਂ ਤੋਂ ਬਾਜ ਤੜਾਇਆ ਕਲਗੀਧਰ ਨੇ। ਉੱਥੇ ਕਥਾ ਦੀ ਵੀ ਸੇਵਾ ਹੁੰਦੀ ਸੀ। ਉੱਥੇ ਇੱਕ ਬਾਜ, ਉਹਨੂੰ ਕੋਈ ਕਰੰਟ ਲੱਗਾ ਕਿਸੇ ਤਰੀਕੇ ਤੇ, ਉਹ ਉੱਥੇ ਡਿੱਗ ਪਿਆ। ਸੰਗਤ ਉੱਥੇ ਕਹਿਣ ਲੱਗੇ ਜੀ ਵੇਖੋ ਬਾਜ ਆਇਆ ਮਹਾਰਾਜ ਜੀ ਦਾ। ਉਹ ਬਿਮਾਰ ਸੀ, ਤੇ ਬੜੀ ਸੰਗਤ ਉੱਥੇ ਸ਼ਹਿਰ ਦੀ ਅੰਬਾਲੇ ਦੀ ਇਕੱਠੀ ਹੋ ਕੇ ਪਹੁੰਚ ਗਈ। ਕੋਈ ਸੇਬ ਚੁੱਕੀ ਆਵੇ ਵੀ ਬਾਜ ਨੂੰ ਛਕਾਉਣੇ ਆ, ਤੇ ਕੋਈ ਕੇਲੇ ਚੁੱਕ ਕੇ ਲਿਆਵੇ, ਉਹ ਬਾਜ ਦੇ ਅੱਗੇ ਰੱਖਣ, ਤੇ ਬਾਜ ਕਿੱਥੇ ਹੁਣ ਨਾ ਕੇਲੇ ਖਾਵੇ ਨਾ, ਉਹਦਾ ਤਾਂ ਭੋਜਨ ਹੋਰ ਹੁੰਦਾ। ਉਹ 2-3 ਦਿਨ ਏਦਾਂ ਹੀ ਰਿਹਾ, ਤੇ ਉਹ ਬਾਜ ਦੀ ਜਿਹੜੀ ਸਰੀਰਕ ਹਾਲਤ ਸੀ ਉਹ ਖਸਤਾ ਹੋਣ ਲੱਗੀ। ਫਿਰ ਇੱਕ ਸਿੰਘ ਸੀ, ਉਹਨੇ ਨਾਲ ਹੀ ਸਾਡੇ ਪੜ੍ਹਦਾ ਸੀ, ਉਹਨੇ ਵੇਖਿਆ ਵੀ ਏਦਾਂ ਗੱਲ ਨਹੀਂ ਬਣਨੀ। ਉਹ ਕਿਸੇ ਦੁਕਾਨ ਤੋਂ ਜਾ ਕੇ ਮਾਸ ਲਿਆਇਆ ਖਰੀਦ ਕੇ, ਉਹ ਪਾਣੀ 'ਚ ਭੇ ਕੇ ਨਿੱਕੀਆਂ ਨਿੱਕੀਆਂ ਬੋਟੀਆਂ ਉਹਦੇ ਮੂੰਹ 'ਚ ਪਾਣੀਆਂ ਸ਼ੁਰੂ ਕੀਤੀਆਂ। ਮੰਜੀ ਸਾਹਿਬ ਲੈ ਆਏ, 5-4 ਦਿਨ ਉਹ ਮਾਸ ਦੀਆਂ ਬੋਟੀਆਂ ਹੀ ਉਹਨੂੰ ਖਵਾਈਆਂ, ਤੇ 6ਵੇਂ ਕੁ ਦਿਨ ਉਹ ਲੈ ਕੇ ਨਾ ਹੱਥ ਦੇ ਉੱਤੇ ਦਸਤਾਨਾ ਜਿਹਾ ਪਾ ਕੇ ਲਈ ਜਾਵੇ, ਤੇ ਉਹ ਹੁਣ ਬਲ ਆ ਗਿਆ ਸੀ, ਉੱਡ ਕੇ ਉਡਾਰੀ ਮਾਰ ਗਿਆ। ਕਹਿਣ ਤੋਂ ਭਾਵ ਮੈਂ ਉਦਾਹਰਨ ਤਾਂ ਦੱਸੀ ਹੈ ਕਿ ਬਾਜ ਦਾ ਭੋਜਨ ਹੀ ਮਾਸ ਹੈ। ਹੁਣ ਇਹ ਤਾਂ ਸਮਰੱਥ ਗੁਰੂ ਚਾਹੇ ਤੇ ਮਾਸ ਖਾਣ ਵਾਲਿਆਂ ਨੂੰ ਘਾਹ ਖਾਣ ਲਾ ਦੇਵੇ ਤਾਂ ਲਾ ਦੇਵੇ,
ਤੇ ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਲਾ ਦੇ ਤਾਂ ਲਾ ਦੇ, ਪਰ ਸਧਾਰਨ ਬੰਦੇ 'ਚ ਤਾਕਤ ਨਹੀਂ। ਸਧਾਰਨ ਵਿਅਕਤੀ ਨਹੀਂ ਇਹ ਕਰ ਸਕਦਾ। ਸਮਰੱਥ ਚਾਹੇ ਸਿੰਘਾਂ ਬਾਜਾਂ ਚਰਗਾ ਕੁਹੀਆਂ, ਇਹਨਾਂ ਖਵਾਲੇ ਘਾਹਾ ਘਾਹੋ ਖਾਨ ਤੇਰਾ ਮਾਸ ਖਵਾਲੇ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ। ਹੁਣ ਸਿੰਘਾਂ ਬਾਜਾਂ ਚਰਗਾਂ ਕੁਈਆਂ, ਸਿੰਘਾਂ ਸ਼ੇਰ, ਅੱਗੇ ਜਿੰਨੀਆਂ ਕਿਸਮਾਂ ਨੇ ਬਾਜਾਂ ਦੀਆਂ ਨੇ, ਸ਼ਿਕਾਰੀ ਪੰਛੀਆਂ ਦੀਆਂ, ਚਰਗਾਂ, ਕੁਈਆਂ, ਬਾਜ, ਇਹਨਾਂ ਦਾ ਭੋਜਨ ਹੈ ਮਾਸ। ਪਰ ਵਾਹਿਗੁਰੂ ਚਾਹਵੇ, ਪਰਮੇਸ਼ਰ ਚਾਹਵੇ, ਗੁਰੂ ਚਾਹਵੇ ਤੇ ਮਾਸ ਖਾਣ ਵਾਲਿਆਂ ਨੂੰ ਘਾਹ ਖਾਣ ਲਾ ਦੇ। ਅੱਜ ਉਹ ਪ੍ਰਤੱਖ ਬਚਨ ਹੋਣਾ ਇੱਥੇ ਕਥਾ ਵਿੱਚ। ਮੰਤ ਜੈਤ ਰਾਮ ਜੀ ਦੇ ਮਨ 'ਚ ਦੁਚਿੱਤੀ ਆਈ ਵੀ ਇਹ ਤਾਂ ਮਾਸ ਤੋਂ ਬਿਨਾਂ ਤ੍ਰਿਪਤ ਨਹੀਂ ਕੀਤੇ ਜਾ ਸਕਦੇ। ਸਤਿਗੁਰੂ ਜੀ ਨੂੰ ਇਸ ਗੱਲ ਦਾ ਪਤਾ ਵੀ ਆ ਵੀ ਅਸੀਂ ਵੈਸ਼ਨਵ ਆ, ਅਸੀਂ ਤਾਂ ਅਹਿੰਸਾਵਾਦੀ ਹਾਂ, ਅਸੀਂ ਤਾਂ ਜੀਵ ਮਾਰ ਨਹੀਂ ਸਕਦੇ। ਤਉ ਹਮ ਤੇ ਆਮਿਖ ਬਾਂਛੇ। ਫਿਰ ਵੀ ਸਤਿਗੁਰੂ ਜੀ ਨਾਲ ਬਾਜਾਂ ਲਈ ਸਾਡੇ ਕੋਲੋਂ ਮਾਸ ਮੰਗਦੇ ਆ ਵੀ ਅਸੀਂ ਤਾਂ ਕਦੇ ਜੀਵ ਨਹੀਂ ਮਾਰਦੇ। ਸਤਿਗੁਰੂ ਜੀ ਨੂੰ ਪਤਾ ਵੀ ਹੈ, ਫਿਰ ਵੀ ਸਾਡੇ ਕੋਲੋਂ ਮਾਸ ਦੀ ਮੰਗ ਕਰ ਰਹੇ ਨੇ। ਹੇਤ ਪਰਖ ਵੇ ਲਖੀਅਤ ਐਸੇ। ਸੋਚਿਆ ਵੀ ਇਹ ਸਤਿਗੁਰੂ ਜੀ ਸਾਨੂੰ ਪਰਖਣਾ ਚਾਹੁੰਦੇ ਆ ਵੀ ਮੈਨੂੰ ਪਰਖਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ। ਸਮਝਰ ਦੇ ਬੋਲਿਓ ਤਬ ਤੈਸੇ। ਸਮਝ ਕੇ ਸਤਿਗੁਰਾਂ ਦੀ ਬਾਤ ਮਹੰਤ ਜੈਤ ਰਾਮ ਜੀ ਬੋਲੇ। ਰਾਵਰ ਬਾਜਨ ਬ੍ਰਿੰਦ ਅਗਾਰੀ। ਮਹਾਰਾਜ ਜੀ ਜਿਹੜੇ ਤੁਹਾਡੇ ਬਾਜ ਨੇ, ਤੁਹਾਡੇ ਬਾਜਾਂ ਦੇ ਸਮੁਦਾਇ ਅੱਗੇ ਆਜ ਕਰੈ ਹਮ ਬਿਨੈ ਉਚਾਰੀ। ਮਹਾਰਾਜ ਅਸੀਂ ਸਾਧ ਅੱਜ ਬੇਨਤੀ ਕਰ ਲਾਂਗੇ ਤੁਹਾਡੇ ਬਾਜਾਂ ਨੂੰ। ਅੱਜ ਅਸੀਂ ਤੁਹਾਡੇ ਬਾਜਾਂ ਨੂੰ ਬੇਨਤੀ ਕਰਾਂਗੇ। ਸਾਧਨ ਕੀ ਸੋ ਮਰਜੀ ਮਨ। ਅੱਜ ਕਹਾਂਗੇ ਵੀ ਤੁਸੀਂ ਸਾਡੇ ਸਾਧਾਂ ਦੀ ਜਵਾਰੀ ਪ੍ਰਵਾਨ ਕਰੋ। ਤੁਹਾਡੇ ਬਾਜਾਂ ਨੂੰ ਮਹਾਰਾਜ ਅੱਜ ਬੇਨਤੀ ਕਰ ਲਾਂਗੇ ਵੀ ਸਾਡੇ ਸਾਧਾਂ ਦੀ ਬੇਨਤੀ ਮੰਨੋ। ਅੱਜ ਸਾਡੇ ਸਾਧਾਂ ਦੀ ਮਰਜ਼ੀ ਦਾ ਭੋਜਨ ਛਕੋ। ਅੱਗੇ ਅੱਗੇ ਆਪਣੀ ਮਰਜ਼ੀ ਦਾ ਭੋਜਨ ਛਕਦੇ ਹੋ ਰੋਜ਼, ਅੱਜ ਸਾਡੇ ਸਾਧਾਂ ਦੀ ਮਰਜ਼ੀ ਦਾ ਭੋਜਨ ਛਕ ਲੋ। ਏਦਾਂ ਬੇਨਤੀ ਕਰਾਂਗੇ ਤੁਹਾਡੇ ਬਾਜਾਂ ਨੂੰ। ਕਰਹਿ ਜਵਾਰ ਬਾਕੁਰੀ ਖਾਨਾ। ਔਰ ਅੱਜ ਜਵਾਰ ਬਾਜਰੀ ਜਿਹੜੀ ਆ ਉਹ ਆਪ ਜੀ ਦੇ ਬਾਜਾਂ ਨੂੰ ਚਕਾਵਾਂਗੇ। ਅੰਨ ਸੰਗ ਤ੍ਰਿਪਤਾਵੋ ਸਾਰੇ। ਅੱਜ ਅੰਨ ਦੇ ਨਾਲ ਹੀ ਸਾਰਿਆਂ ਨੂੰ ਤ੍ਰਿਪਤ ਕਰਾਂਗੇ। ਬਾਹਰ ਲੀਜੀਐ ਆਪ ਆਹਾਰੇ। ਤੁਹਾਡੇ ਬਾਜਾਂ ਨੂੰ ਚਕਾਵਾਂਗੇ, ਬਾਅਦ 'ਚ ਤੁਸੀਂ ਮਹਾਰਾਜ ਜੀ ਸਾਡੇ ਕੋਲੋਂ ਭੋਜਨ ਲੈ ਲਓ ਜਿਵੇਂ ਤੁਹਾਡੀ ਮਰਿਆਦਾ ਹੈ। ਸੁਨਤ ਸਾਧ ਤੇ ਗੁਰੂ ਉਚਾਰਾ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਹਮ ਪੀ ਮੰਨ ਹੈ ਕਰਹਿ ਆਹਾਰਾ। ਮਹਾਰਾਜ ਜੀ ਕਹਿੰਦੇ ਜੇ ਬਾਜ ਮੰਨ ਗਏ ਸਾਧਾਂ ਦੀ ਮਰਜ਼ੀ ਤੇ ਅਸੀਂ ਵੀ ਮੰਨਾਂਗੇ, ਫਿਰ ਅਸੀਂ ਵੀ ਛਕਾਂਗੇ ਤੁਹਾਡਾ ਭੋਜਨ। ਮਹਾਰਾਜ ਜੀ ਕਹਿੰਦੇ ਜੇ ਸਾਧਾਂ ਦੀ ਮਰਜ਼ੀ ਬਾਜ ਮੰਨ ਗਣਗੇ ਤੇ ਭਾਈ ਤੁਹਾਡੀ ਮਰਜ਼ੀ ਵੀ ਅਸੀਂ ਮੰਨ ਕੇ ਭੋਜਨ ਛਕਾਂਗੇ। ਸੁਣ ਕੇ ਸਾਧ ਗਇਓ ਹਰ ਖਾਏ। ਸੁਣ ਕੇ ਉਹ ਸੰਤ ਜੀ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਆਪਣੇ ਡੇਰੇ ਗਏ। ਤਿਆਰੀ ਕਰੀ ਸਕਲ ਵਿਦ ਜਾਏ। ਜਾ ਕੇ ਲੰਗਰ ਪ੍ਰਸ਼ਾਦੇ ਦੀਆਂ ਰਸਤਾਂ ਬਸਤਾਂ ਦੀ ਤਿਆਰੀ ਕੀਤੀ। ਪਿੱਛੇ ਸਿੰਘ ਪਰਸ ਪਰ ਮਿਲ ਕਰ। ਪਿੱਛੋਂ ਬਾਅਦ ਵਿੱਚ ਜਿਹੜੇ ਸਿੰਘ ਸਨ ਆਪਸ ਵਿੱਚ ਮਿਲ ਕੇ ਕਰਿਓ ਬਵੇਕ ਵਿਚਾਰ ਰਹਿਤ ਧਰ। ਉੱਥੇ ਇੱਕ ਹੋਰ ਘਟਨਾ ਵਾਪਰੀ। ਉਹ ਜਿਹੜੀ ਘਟਨਾ ਵਾਪਰੀ ਇਤਿਹਾਸ ਦੀ, ਉਹਦੇ ਬਾਬਤ ਸਿੰਘ ਪਿੱਛੋਂ ਬਹਿ ਕੇ ਜਦੋਂ ਮੰਤ ਜੀ ਚਲੇ ਗਏ ਨਾ ਉੱਠ ਕੇ, ਤੇ ਸਾਧ ਸਾਰੇ ਚਲੇ ਗਏ। ਉਹ ਤਾਂ ਲੰਗਰ ਪ੍ਰਸ਼ਾਦੇ ਦੀ ਤਿਆਰੀ 'ਚ ਚਲੇ ਗਏ ਤੇ ਪਿੱਛੋਂ ਸਿੰਘਾਂ ਨੇ ਰਲ ਕੇ ਵਿਵੇਕ ਕੀਤਾ। ਵਿਵੇਕ ਨਾਮ ਹੁੰਦਾ ਵਿਚਾਰ ਦਾ। ਵਿਚਾਰ ਕੀਤੀ। ਸ਼੍ਰੀ ਸਤਿਗੁਰ ਕੋ ਸੰਗ ਉਚਾਰੇ। ਵਿਚਾਰ ਕਰਕੇ ਸਿੰਘ ਸਤਿਗੁਰੂ ਜੀ ਨੂੰ ਕਹਿਣ ਲੱਗੇ। ਜਬ ਆਏ ਤੁਮ ਦਾਦੂ ਦੁਆਰੇ। ਕਹਿਣ ਲੱਗੇ ਮਹਾਰਾਜ ਜਦੋਂ ਤੁਸੀਂ ਦਾਦੂ ਦੁਆਰੇ ਆਏ ਸੀ ਚੱਲ ਕੇ, ਨਮੋ ਕਮਾਨ ਸਾਥ ਤੁਮ ਕੀਨੀ। ਤੁਸੀਂ ਆਪਣੀ ਕਮਾਨ ਦੇ ਨਾਲ ਏਦਾਂ ਮੱਥਾ ਟੇਕਿਆ ਸੀ। ਸੀਸ ਤਾਂ ਨਹੀਂ ਸੀ ਝੁਕਾਇਆ, ਪਰ ਏਦਾਂ ਕਮਾਨ ਝੁਕਾ ਕੇ ਜਿਵੇਂ ਮੱਥਾ ਟੇਕੀਦਾ
ਕਿਉਂਕਿ ਉੱਥੇ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਹੈ, ਸਮਾਧੀ ਹੈ। ਉੱਥੇ ਉਹ ਛਤਰੀਆਂ ਕਹਿੰਦੇ ਹਨ, ਆਪ ਸਮਾਧੀ ਕਹਿ ਦਿੰਦੇ, ਉਹ ਛਤਰੀਆਂ ਕਹਿੰਦੇ। ਉੱਤੇ ਗੋਲਾ ਜਿਹੇ ਆਕਾਰ ਦੀਆਂ ਛਤਰੀਆਂ ਬਣਾਈਆਂ ਹੁੰਦੀਆਂ, ਫਲਾਣੇ ਮਹਾਂਪੁਰਸ਼ ਦੀ ਛਤਰੀ ਹੈ, ਫਲਾਣੇ ਦੀ ਹੈ। ਰਾਜਿਆਂ ਦੀਆਂ ਵੀ ਛਤਰੀਆਂ ਹੁੰਦੀਆਂ ਉੱਥੇ ਬਣੀਆਂ। ਤੋ ਮਹਾਰਾਜ ਜੀ ਨੇ ਏਦਾਂ ਕਮਾਨ ਜੀ ਥੱਲੇ ਕਰਕੇ ਖੇਡ ਹੀ ਵਰਤਾਈ। ਸਤਿਗੁਰੂ ਪੰਥ ਦੀ ਪਰਖ ਕਰਦੇ ਸੀ ਵੀ ਪੰਥ ਬਲੀ ਹੋ ਗਿਆ, ਜਿਹੜੀ ਸਿੱਖਿਆ ਸੀ ਸਿਖਾਈ ਆ ਉਹਦੇ ਚ ਪੱਕੇ ਨੇ। ਤੋ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਜਦੋਂ ਆਏ ਸੀ ਦਾਦੂ ਜੀ ਦੇ ਦਿਉਰੇ ਤੇ ਤੁਸੀਂ ਆਪਣੀ ਕਮਾਨ ਨਾਲ ਏਦਾਂ ਕਮਾਨ ਝੁਕਾ ਕੇ ਨਮਸਕਾਰ ਕੀਤੀ ਸੀ। ਰਹਿਤ ਬਹੀਨ ਖਾਲਸੇ ਚੀਨੀ। ਇਹ ਗੱਲ ਰਹਿਤ ਵਿੱਚ ਨਹੀਂ ਆਉਂਦੀ, ਮਰਿਆਦਾ ਵਿੱਚ ਨਹੀਂ ਆਉਂਦੀ ਕਿ ਕਿਸੇ ਕਬਰ ਨੂੰ, ਕਿਸੇ ਸਮਾਧ ਨੂੰ, ਕਿਸੇ ਮੜੀ ਨੂੰ ਕੋਈ ਸੀਸ ਝੁਕਾਣਾ। ਇਹ ਮਰਿਆਦਾ ਨਹੀਂ ਤੁਹਾਡੀ ਦੱਸੀ ਸਾਨੂੰ। ਤੁਸੀਂ ਸਾਨੂੰ ਹੁਕਮ ਕੀਤਾ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ, ਮੜੀ ਮਠ ਭੂਲ ਨਾ ਮਾਨੈ। ਤੁਸੀਂ ਇਹ ਸਾਨੂੰ ਹੁਕਮ ਕੀਤਾ, ਇਹ ਰਹਿਤ ਤੁਸੀਂ ਸਾਨੂੰ ਦੱਸੀ ਹੈ, ਪਰ ਅੱਜ ਜਿਹੜੀ ਖੇਡ ਤੁਸਾਂ ਨੇ ਵਰਤਾਈ ਹੈ ਇਹ ਰਹਿਤ ਵਿੱਚ ਨਹੀਂ ਆਉਂਦੀ, ਇਹ ਮਰਿਆਦਾ ਵਿੱਚ ਨਹੀਂ ਆਉਂਦੀ। ਭਏ ਉਚਿਤ ਦੈਬੇ ਤਨਖਾਹੂ। ਮਹਾਰਾਜ ਜੀ ਆਪ ਜੀ ਨੂੰ ਤਨਖਾਹ ਲੱਗਣੀ ਚਾਹੀਦੀ ਹੈ। ਤਨਖਾਹ ਜਿਹਨੂੰ ਖਾਲਸੇ ਦੇ ਬੋਲੇ ਚ ਵਿਵੇਕ ਵੀ ਕਹਿੰਦੇ ਆ, ਪਰ ਇੱਥੇ ਵਿਵੇਕ ਲਾਉਣ ਵਾਲੇ ਸਿੰਘ ਵੀ ਬੜੀ ਉੱਚੀ ਅਵਸਥਾ ਦੇ ਮਾਲਕ ਨੇ। ਇਹ ਗੱਲ ਚੇਤੇ ਰੱਖਿਓ। ਅੱਜ ਕੱਲ ਤਾਂ ਕਹਿ ਦਿੰਦੇ ਆ ਨਾ, ਉਦਾਂ ਹੀ ਤੈਨੂੰ ਵਿਵੇਕ ਲਾਵਾਂਗੇ ਫਲਾਣਿਆ, ਤੈਨੂੰ ਤਨਖਾਹ ਲਾਵਾਂਗੇ, ਆਪ ਭਾਵੇਂ ਉਹੀ ਕਮੀਆਂ ਦੇ ਧਾਰ ਨਹੀਂ ਹੋਣ। ਜਿਹੜੀ ਕਿਸੇ ਦੂਜੇ ਦੀ ਕਮੀ ਵੇਖ ਕੇ ਉਹਨੂੰ ਵਿਵੇਕ ਲਾਉਣਾ, ਉਹਦੇ ਲਈ ਵੀ ਮਰਿਆਦਾ ਹੁੰਦੀ ਹੈ, ਕੋਈ ਪੰਥਕ ਰਵਾਇਤਾਂ ਹਨ। ਏਦਾਂ ਨਹੀਂ ਵੀ ਰਾਹ ਜਾਂਦੇ ਟੁਰੇ ਜਾਂਦੇ ਸਿੰਘ ਆਪਸ ਵਿੱਚ ਹੀ ਇੱਕ ਦੂਜੇ ਨੂੰ ਵਿਵੇਕ ਲਾਉਣ ਲੱਗ ਪੈਣ। ਉਹਦੇ ਲਈ ਮਰਿਆਦਾ, ਪੰਜਾਂ ਅੱਗੇ ਪੇਸ਼ ਹੋਣਾ, ਫਿਰ ਉੱਥੋਂ ਮਰਿਆਦਾ ਸਹਿਤ ਵਿਵੇਕ ਲੱਗਣਾ, ਖਾਮੀ ਦੱਸਣੀ, ਆਪਣੀ ਕਮੀ ਮੰਨਣੀ, ਉਹ ਪੰਥ ਦੀਆਂ ਮਰਿਆਦਾਵਾਂ ਹਨ। ਤੋ ਇੱਥੇ ਜਿਹੜੇ ਵਿਵੇਕ ਲਾਉਣ ਦੀ ਗੱਲ ਕਰ ਰਹੇ ਨੇ, ਭਾਈ ਮਾਨ ਸਿੰਘ ਵਰਗੇ ਉਹ ਸਿੰਘ ਨੇ ਜਿਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਕਲਗੀਧਰ ਦੇ ਨੇਤਰਾਂ ਚੋਂ ਪਹਿਲੀ ਵਾਰ ਨੀਰ ਵਗਦਾ ਹੈ, ਤੇ ਕਹਿੰਦੇ ਆ ਮਾਨ ਸਿੰਘ ਵਰਗਾ ਪੁੱਤ ਕਿਸੇ ਮਾਂ ਨੇ ਦੂਜਾ ਨਹੀਂ ਜਣਨਾ। ਇਹ ਉੱਥੇ ਉਹ ਸਿੰਘ ਨੇ ਵਿਵੇਕ ਲਾਉਣ ਵਾਲੇ, ਏਡੀ ਉੱਚੀ ਅਵਸਥਾ ਦੇ ਮਾਲਕ। ਸਤਿਗੁਰੂ ਜੀ ਨੂੰ ਕਹਿੰਦੇ, ਮਹਾਰਾਜ ਤੁਸੀਂ ਭਾਵੇਂ ਸੀਸ ਤਾਂ ਨਹੀਂ ਝੁਕਾਇਆ, ਪਰ ਕਮਾਨ ਨਾਲ ਏਦਾਂ ਮੱਥਾ ਟੇਕਿਆ, ਇਸ ਕਰਕੇ ਤੁਹਾਨੂੰ ਹੁਣ ਪੰਥ ਵਿਵੇਕ ਲਾਵੇਗਾ। ਸਦਾ ਅਭੂਲ ਆਪੁਰ ਮਾਹੂ। ਵੇਖੋ ਪੰਥ ਸਿੰਘਾਂ ਦੀ ਭਾਵਨਾ ਵੀ, ਮਹਾਰਾਜ ਤੁਸੀਂ ਸਦਾ ਭੁੱਲ ਹੋ, ਤੁਸੀਂ ਕਦੇ ਨਹੀਂ ਭੁੱਲਦੇ। ਇੱਥੇ ਨਹੀਂ ਆਖਿਆ ਕਿ ਤੁਸੀਂ ਭੁੱਲ ਕੇ ਮੱਥਾ ਟੇਕਿਆ। ਸਿੰਘ ਕਹਿੰਦੇ, ਮਹਾਰਾਜ ਤੁਸੀਂ ਸਦਾ ਲਈ ਅਭੁੱਲ ਹੋ। ਬਖਸ਼ੋ ਜਗ ਔਗਣ ਸਮੁਦਾਏ। ਤੁਸੀਂ ਸੰਸਾਰ ਦੇ ਸਮਸਤ ਜੀਵਾਂ ਦੇ ਔਗਣਾਂ ਨੂੰ ਬਖਸ਼ਦੇ ਹੋ, ਬਖਸ਼ਣਹਾਰ। ਵਿਵੇਕ ਵੀ ਲਾ ਰਹੇ ਨੇ, ਨਾਲੇ ਗੁਰੂ ਸਾਹਿਬ ਦੀ ਮਰਿਆਦਾ, ਮਹਾਰਾਜ ਜੀ ਦਾ ਰੁਤਬਾ। ਇੱਥੇ ਕਈ ਕੱਚੇ ਪਿੱਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਬੜੇ ਖਰਵੇ ਜੇ ਬਚਨ ਬੋਲਦੇ ਆ ਕਿ ਗੁਰੂ ਜੀ ਅਸੀਂ ਤੁਹਾਨੂੰ ਵਿਵੇਕ ਲਾਵਾਂਗੇ, ਤੁਸੀਂ ਆਹ ਨਹੀਂ ਕੀਤਾ। ਉਹਨਾਂ ਨੂੰ ਸੁਣਾਉਣ ਦਾ ਤਰੀਕਾ ਹੀ ਬੜਾ ਗਲਤ ਹੈ। ਜਿਹੜੇ ਵਿਵੇਕ ਲਾਉਣ ਵਾਲੇ ਨੇ ਉਹ ਕਹਿ ਰਹੇ ਨੇ, ਮਹਾਰਾਜ ਤੁਸੀਂ ਸਦਾ ਭੁੱਲ ਹੋ, ਤੁਸੀਂ ਤਾਂ ਸਾਡੇ ਵਰਗੇ ਜੀਵਾਂ ਦੇ ਔਗਣ ਬਖਸ਼ਣ ਵਾਲੇ ਬਖਸ਼ੰਦ ਹੋ। ਇੰਨੇ ਪਿਆਰ ਨਾਲ ਉਹਨਾਂ ਬੇਨਤੀ ਕੀਤੀ ਹੈ। ਇਹ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੰਘ ਹੁਕਮ ਕਰ ਰਹੇ ਨੇ, ਸਗੋਂ ਬੇਨਤੀ ਕਰ ਰਹੇ ਨੇ। ਮਹਾਰਾਜ ਜੀ ਦਾ ਸਤਿਕਾਰ, ਗੁਰਦੇਵ ਦੀ ਵਡਿਆਈ, ਗੁਰਦੇਵ ਦਾ ਰੁਤਬਾ ਉਹਨਾਂ ਨੇ ਬੜਾ ਉੱਚਾ ਬਹਾਲ ਕਰਕੇ ਰੱਖਿਆ। ਇਹ ਨਹੀਂ ਕਿ ਅਧੂਰਾ ਜਾਂ ਨਾ, ਜਿਵੇਂ ਸਤਿਗੁਰਾਂ ਦਾ ਏਦਾਂ ਕਈ ਗੁਰਮੁਖ ਪਿਆਰੇ ਨਾਂ ਲੈਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਵੇਂ ਅਸੀਂ ਕਿਸੇ ਨਿੱਕੇ ਨਿਆਣੇ ਦਾ ਨਾਂ ਲੈ ਕੇ ਆਵਾਜ਼ ਮਾਰ ਕੇ ਬੁਲਾਣਾ ਹੋਵੇ। ਕਹਿੰਦਾ ਹੈ ਇਹ ਨਹੀਂ ਵੀ ਸਤਿਕਾਰ ਨਾਲ ਪਾਤਸ਼ਾਹ ਜੀ ਨੂੰ ਵੀ ਸਤਿਗੁਰੂ ਜੀ ਕਹਿੰਦੇ ਹਨ, ਤੇ ਨਾ ਉਹ ਵੀ ਅਧੂਰੇ ਜੇ ਤਰੀਕੇ ਦੇ ਨਾਲ ਬੜਾ ਖਰਵਾ ਜਿਹਾ ਨਾਂ ਲੈਂਦੇ ਸਾਹਿਬ ਦਾ। ਇਹ ਯੋਗ ਨਹੀਂ ਹੈ। ਗੁਰਦੇਵ ਦੇ ਅੱਗੇ ਬੜੇ ਸਨਿਮਰ ਭਾਵ ਨਾਲ ਬੇਨਤੀ ਕਰਦਿਆਂ ਕਹਿੰਦੇ, ਮਹਾਰਾਜ ਆਪ ਜੀ ਨੂੰ ਤਨਖਾਹ ਲੱਗਣੀ ਹੈ, ਤੁਸੀਂ ਇਹ ਭੁੱਲ ਹੋ, ਤੁਸੀਂ ਭੁੱਲਣ ਅੰਦਰ ਨਹੀਂ ਹੋ।
ਤੁਸੀਂ ਤਾਂ ਸਾਡੇ ਵਰਗੇ ਜਗਤ ਦੇ ਜੀਵਾਂ ਦੇ ਔਗਣਾਂ ਨੂੰ ਬਖਸ਼ਣ ਵਾਲੇ ਹੋ। ਲਿਹੋ ਖਾਲਸੇ ਤੇ ਬਖਸ਼ਾਏ। ਪਰ ਅੱਜ ਮਹਾਰਾਜ ਜੀ ਇਹ ਮਰਿਆਦਾ ਤੁਹਾਡੀ ਚਲਾਈ ਹੋਈ ਹੈ ਪੰਥ ਦੀ, ਤੁਸੀਂ ਇਹ ਭੁੱਲ ਹੋ। ਅੱਜ ਆਪ ਜੀ ਨੂੰ ਤਨਖਾਹ ਲੱਗਣੀ ਹੈ, ਕਿਉਂਕਿ ਤੁਸੀਂ ਇਹ ਆਪ ਪਿਰਤ ਪਾਈ ਆਪਣੇ ਪੰਥ ਵਿੱਚ ਤਨਖਾਹ ਦੇਣ ਤੇ ਲੈਣ ਦੀ। ਤਨਖਾਹ ਦੇਣ ਤੇ ਤਨਖਾਹ ਲੈਣ ਦੀ ਜਿਹੜੀ ਮਰਿਆਦਾ, ਵਿਵੇਕ ਲਾਉਣ ਦੀ ਤੇ ਲਵਾਉਣ ਦੀ, ਇਹ ਮਰਿਆਦਾ ਮਹਾਰਾਜ ਜੀ ਆਪ ਜੀ ਨੇ ਚਲਾਈ ਹੈ। ਹੁਣ ਵੀ ਜਦੋਂ ਪੰਜ ਸਿੰਘ, ਛੇਵੇਂ ਗ੍ਰੰਥੀ ਸਿੰਘ ਦੇ ਸਮੇਤ ਜਦੋਂ ਖੰਡੇ ਬਾਟੇ ਦੀ ਪੋਲ ਤਿਆਰ ਹੁੰਦੀ ਹੈ ਨਾ, ਤੇ ਪਹਿਲਾਂ 6 ਸਿੰਘ ਜਦੋਂ ਬਾਕੀ ਸੰਗਤ ਨੂੰ ਅੰਦਰ ਵਾੜਨ ਤੋਂ ਪਹਿਲਾਂ ਆਪਣਾ ਵਿਵੇਕ ਕਰਦੇ, ਉਹਨੂੰ ਸੁਧਾਈ ਕਹਿੰਦੇ। ਜਿਹੜਾ ਤਾਬਿਆਂ ਬੈਠਾ ਸਿੰਘ ਤੇ ਦੂਜੇ 5 ਸਿੰਘ 6 ਹੋ ਗਏ ਨਾ, ਪੰਜਾਂ ਨੂੰ ਇੱਕ ਪਾਸੇ ਕਰਕੇ, ਛੇਵੇਂ ਨੂੰ ਇੱਕ ਪਾਸੇ ਕਰਕੇ ਫਿਰ ਉਹਨੂੰ ਪੁੱਛਿਆ ਜਾਂਦਾ, ਹਾਂ ਬਈ ਤੂੰ ਨਿਤਨੇਮ ਕਰਦਾ, ਕੋਈ ਕਮੀ ਪੇਸ਼ੀ ਹੈ? ਫਿਰ ਉਹ ਅੱਗੋਂ ਹੱਥ ਜੋੜ ਕੇ ਦੱਸਦਾ ਵੀ ਮੈਂ ਕਰਦਾ ਜਾਂ ਮੇਰੇ 'ਚ ਕੋਈ ਕਮੀ ਪੇਸ਼ੀ ਹੈ, ਤੇ ਫਿਰ ਉਹ ਪੰਜ ਨੂੰ ਸੋਧ ਲਾਉਂਦੇ, ਵਿਵੇਕ ਲਾਉਂਦੇ ਵੀ ਅੱਗੇ ਤੋਂ ਤੂੰ ਆਹ ਚੀਜ਼ ਨਿਤਨੇਮ ਕਰਨਾ ਜਾਂ ਆਹ ਸੋਧ ਤੈਨੂੰ ਲਾਈ ਜਾਂਦੀ। ਉਹਨੇ ਫਿਰ ਦੂਜਿਆਂ ਪੰਜਾਂ 'ਚ ਆ ਜਾਣਾ, ਫਿਰ ਇੱਕ ਨੇ ਫਿਰ ਵੱਖਰਾ ਹੋ ਜਾਣਾ, ਫਿਰ ਉਹਦੀ ਸੁਧਾਈ ਹੋਣੀ। ਏਦਾਂ 6 ਦੇ 6 ਸਿੰਘਾਂ ਦੀ ਸੁਧਾਈ ਹੋਣੀ। ਤੇ ਜਿਹੜੇ ਪੰਜਾਂ ਦੇ 6 ਸਿੰਘ ਲੱਗਦੇ ਐ, ਉਹ ਇਹ ਭਾਵਨਾ ਰੱਖਣ ਆਪਣੇ ਮਨ 'ਚ, ਮਹਾਂਪੁਰਸ਼ ਦੱਸਦੇ ਐ ਮਰਿਆਦਾ, ਉਹ ਇਹ ਭਾਵਨਾ ਰੱਖਣ ਕਿ ਆਹ ਪੰਜ ਜਿਹੜੇ ਨੇ, ਇਹ ਪੰਜ ਪਰਮੇਸ਼ਰ ਗੁਰੂ ਕਲਗੀਧਰ ਦਾ ਰੂਪ ਨੇ, ਮੈਂ ਦਾਸ ਹਾਂ। ਸਾਰਿਆਂ ਵਿੱਚ ਇਹ ਭਾਵਨਾ ਹੋਵੇ, ਮਨ 'ਚ ਇਹ ਗਰੂਰ ਨਾ ਹੋਵੇ ਮੈਂ ਪੰਜਾਂ 'ਚ ਲੱਗਾ, ਮਾਣ ਨਾ ਹੋਵੇ ਮੈਂ। ਉਦੋਂ ਖੰਡੇ ਦੀ ਪੌਲ ਤਿਆਰ ਕਰਨ ਵੇਲੇ ਉਹਦੇ ਅੰਦਰ ਇਹੀ ਆਹ ਪੰਜ ਨੇ ਪਰਮੇਸ਼ਰ ਰੂਪ, ਕਲਗੀਧਰ ਦਾ ਰੂਪ, ਮੈਂ ਇਹਨਾਂ ਦਾ ਦਾਸ ਹਾਂ, ਔਰ ਸਾਰਿਆਂ ਵਿੱਚ ਇਹੀ ਭਾਵਨਾ ਹੋਵੇ। ਇਹ ਬੜੀਆਂ ਸੂਖਮ ਤਰੰਗੀ ਬਾਤਾਂ ਹਨ। ਤੋ ਮਹਾਰਾਜ ਜੀ ਨੂੰ ਸਿੰਘ ਕਹਿੰਦੇ, ਸਤਿਗੁਰੂ ਜੀ ਆਪ ਜੀ ਨੂੰ ਹੁਣ ਤਨਖਾਹ ਲੱਗਣੀ ਹੈ, ਕਿਉਂਕਿ ਇਹ ਮਰਿਆਦਾ ਆਪ ਜੀ ਦੀ ਚਲਾਈ ਹੋਈ ਹੈ। ਲਿਓ ਖਾਲਸੇ ਤੇ ਬਖਸ਼ਾਏ। ਆਪ ਜੀ ਖਾਲਸੇ ਨੂੰ ਤਨਖਾਹ ਦੇ ਕੇ ਬਖਸ਼ਾ ਲਵੋ। ਸੁਨ ਵਿਵੇਕ ਕੋ ਭਏ ਪ੍ਰਸੰਨ। ਜਦੋਂ ਮਹਾਰਾਜ ਜੀ ਨੇ ਵਿਵੇਕ ਸੁਣਿਆ ਵੀ ਖਾਲਸੇ ਨੇ ਸਾਨੂੰ ਵਿਵੇਕ ਲਾਇਆ, ਮਹਾਰਾਜ ਬੜੇ ਖੁਸ਼ ਹੋਏ। ਕਹਿੰਦੇ ਖਾਲਸਾ ਜੀ ਤੁਹਾਨੂੰ ਮੈਂ ਇਹੀ ਪਰਖਦਾ ਸੀ, ਪਾਤਸ਼ਾਹ ਨੇ ਜਾਣ ਬੁੱਝ ਕੇ ਖੇਡ ਵਰਤਾਈ, ਨਹੀਂ ਤਾਂ ਮੇਰੇ ਸਾਹਿਬ ਤਾਂ ਭੁੱਲ ਨੇ। ਉਹ ਸਿੰਘ ਵੀ ਕਹਿ ਰਹੇ ਨੇ, ਇਹ ਤਾਂ ਸਿੰਘਾਂ ਨੂੰ ਮਰਿਆਦਾ ਸਿਖਾਉਣੀ ਸਤਿਗੁਰੂ ਜੀ ਨੇ। ਕਹਿਓ ਕਿ ਗੁਰੂ ਖਾਲਸਾ ਧੰਨ। ਮਹਾਰਾਜ ਜੀ ਕਹਿੰਦੇ ਧੰਨ ਗੁਰੂ ਕਾ ਖਾਲਸਾ, ਧੰਨ ਗੁਰੂ ਕਾ ਖਾਲਸਾ। ਕਲਗੀਧਰ ਸੁਆਮੀ ਕਹਿੰਦੇ ਗੁਰੂ ਕਾ ਖਾਲਸਾ ਧੰਨ ਹੈ। ਕਰੀ ਨਮੋ ਹਮ ਪਰਖਨ ਹੇਤ। ਮਹਾਰਾਜ ਜੀ ਕਹਿੰਦੇ ਅਸੀਂ ਕਮਾਨ ਨਾਲ ਮੱਥਾ ਟੇਕਿਆ ਸੀ, ਖਾਲਸਾ ਜੀ ਤੁਹਾਨੂੰ ਪਰਖਣ ਵਾਸਤੇ ਟੇਕਿਆ ਸੀ, ਪੰਥ ਨੂੰ ਪਰਖਣ ਵਾਸਤੇ ਟੇਕਿਆ ਸੀ। ਭਏ ਸਿੰਘ ਕੈ ਨਹੀਂ ਸੁਚੇਤ। ਸਾਡੇ ਸਿੰਘ ਸੁਚੇਤ ਹੋ ਗਏ ਨੇ ਕਿ ਨਹੀਂ, ਅਜੇ ਕੋਈ ਢਿੱਲ ਮੱਠ ਤਾਂ ਨਹੀਂ ਰਹਿ ਗਈ ਸਾਡੇ ਖਾਲਸੇ 'ਚ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਪਰਖਣ ਵਾਸਤੇ ਖੇਡ ਵਰਤਾਈ ਹੈ ਸਿੰਘੋ, ਤੁਹਾਨੂੰ ਪਰਖਣਾ ਸੀ। ਇੱਥੇ ਸਿੰਘਾਂ ਨੇ ਵੀ ਇਹ ਵਿਵੇਕ ਕਿ ਜਿੱਡੇ ਵੱਡੇ ਮਰਜ਼ੀ ਰੁਤਬੇ ਤੇ ਕੋਈ ਹੋਵੇ, ਜੇ ਕਿਸੇ ਕੋਲੋਂ ਵੀ ਕੋਈ ਭੁੱਲ ਹੁੰਦੀ ਹੈ ਤਾਂ ਉਹਨੂੰ ਵਿਵੇਕ ਲਾਣਾ ਖਾਲਸੇ ਦੀ ਮਰਿਆਦਾ ਹੈ। ਭਾਵੇਂ ਉਹ ਸ਼ੇਰੇ ਪੰਜਾਬ ਰਣਜੀਤ ਸਿੰਘ ਕਿਉਂ ਨਹੀਂ ਸੀ। ਇਹ ਥੋੜੀ ਵੀ ਜੇ ਖਾਲਸੇ ਦਾ ਰਾਜਾ ਹੈ, ਪੰਥ ਦੇ ਵਿੱਚ ਤੂੰ ਰਾਜ ਕਰ ਰਿਹਾ, ਖਾਲਸੇ ਨੇ ਤੈਨੂੰ ਰਾਜ ਦਿੱਤਾ, ਰਾਜਾ ਬਣਾਇਆ, ਤੇ ਤੂੰ ਮੌਰਾਂ ਨੂੰ ਨਚਾਏ, ਉਹਦੇ ਨਾਂ ਦੇ ਉੱਤੇ, ਵੇਸ਼ਿਆ ਦੇ ਨਾਂ ਤੇ ਸਿੱਕਾ ਚਲਾਏ, ਤੇ ਪੰਥ ਨੇ ਉਹਨਾਂ ਨੂੰ ਵੀ ਹਾਜ਼ਰ ਕਰ ਲਿਆ। ਫੜੋ ਇਹਨੂੰ, ਬੰਨੋ ਮੁਸ਼ਕਾਂ ਬੰਨ ਕੇ ਮਾਰੋ ਕੋਰੜੇ ਨੂੰ। ਇਹ ਪੰਥ ਦੀ ਮਰਿਆਦਾ ਚਲਾਉਣੀ ਸੀ ਮਹਾਰਾਜ ਕਲਗੀਧਰ ਨੇ, ਕਿ ਕੱਲ ਨੂੰ ਕੋਈ ਇਹ ਨਾ ਆਖੇ ਜੀ ਵੱਡਾ ਹੈ ਜੀ, ਵੱਡੀ ਪਦਵੀ ਹੈ, ਇਹਨੂੰ ਰਹਿਣ ਦਿਓ। ਮਹਾਰਾਜ ਜੀ ਨੇ ਮਰਿਆਦਾ ਚਲਾਉਣੀ ਸੀ ਪੰਥ 'ਚ, ਇਸ ਕਰਕੇ ਸਾਰੀ ਖੇਡ ਵਰਤਾਈ। ਕਹਿੰਦੇ ਤੁਹਾਨੂੰ ਪਰਖਣ ਵਾਸਤੇ ਕਿ ਸਾਡਾ ਖਾਲਸਾ, ਸਾਡੇ ਸਿੰਘ ਸੁਚੇਤ ਹੋਏ ਨੇ ਜਾਂ ਨਹੀਂ। ਲਿਹੋ ਤਨਖਾਹ ਆਵਾਜ਼ ਸੁਣਾਵੋ। ਮਹਾਰਾਜ ਕਹਿੰਦੇ ਹੁਕਮ ਕਰੋ ਖਾਲਸਾ ਜੀ, ਆਵਾਜ਼ ਸੁਣਾਓ, ਹੁਕਮ ਸੁਣਾਓ, ਕੀ ਤਨਖਾਹ ਹੈ ਸਾਨੂੰ, ਅਸੀਂ ਉਹੀ ਤਨਖਾਹ ਭੇਟ ਕਰਾਂਗੇ। ਇਸ ਬਿਦ ਕੀ ਨਿਤ ਰਹਿਤ ਕਮਾਵੋ। ਇਹੀ ਰਹਿਤ ਕਮਾਉਣੀ ਹੈ ਖਾਲਸਾ ਜੀ, ਤੁਸੀਂ ਆਪਣੀ
ਇਸੇ ਤਰ੍ਹਾਂ ਦੀ ਮਰਿਆਦਾ ਨੂੰ ਪਾਲਣਾ ਹੈ। ਸਿੰਘ ਸਾਯੁਧ ਇੱਕ ਕਹਿ ਤਵੈ ਇੱਕ ਸ਼ਸਤਰਧਾਰੀ ਸਿੰਘ ਸੀ ਵਿੱਚ ਹੀ, ਉਹ ਬੋਲਿਆ 5000 ਦੇਹੋ ਤਨ ਅਬੈ। ਉਹ ਬੋਲਿਆ ਕਹਿੰਦਾ ਜੀ ਮਹਾਰਾਜ 5000 ਰੁਪਇਆ ਦਿਓ ਪੰਥ ਨੂੰ ਹੁਣੇ, 5000 ਰੁਪਇਆ ਤੁਹਾਨੂੰ ਤਨਖਾਹ ਲੱਗਣੀ ਆ, ਵਿਵੇਕ ਲੱਗਣਾ। ਸੁਨਤ ਦੂਸਰੇ ਤਵਹਿ ਬਖਾਨਾ। ਤੇ ਲਾਗੇ ਦੂਜਾ ਸਿੰਘ ਬੜੇ ਸਿਆਣੇ ਸਿੰਘ ਭਾਵਨਾ ਵਾਲੇ, ਉਹ ਕੋਲੋਂ ਬੋਲਿਆ ਤੁਮ ਇਹ ਭਾਖਿਓ ਦਰਬ ਮਹਾਨਾ। ਕਹਿਣ ਲੱਗਾ ਵੇਖ ਲੈ ਸਿੰਘਾ 5000 ਗੁਰੂ ਸਾਹਿਬ ਨੇ ਤਾਂ ਦੇ ਦੇਣਾ, ਉਹਨਾਂ ਨੂੰ ਕਿਹੜਾ ਕਮੀ ਆ। ਜੇ ਕੱਲ ਨੂੰ ਆਪਣੇ ਵਰਗੇ ਕੋਈ ਢਿੱਲ ਮੱਠ ਹੋ ਗਈ ਦੇ ਲਾਂਗੇ ਆਪਾਂ 5000, ਹੈ ਇੰਨੇ ਜੋਗੇ। ਉਹੀ ਤਨਖਾਹ ਲਾਇਓ ਜਿਹੜੀ ਕੱਲ ਨੂੰ ਆਪ ਵੀ ਦੇ ਸਕੋ। ਮਹਾਰਾਜ ਜੀ ਸਿੰਘ ਕੋਲ ਬੈਠੇ ਕਹਿੰਦੇ ਜੀ 5000 ਰੁਪਇਆ ਬਹੁਤ ਜ਼ਿਆਦਾ ਹੈ। ਕਰੋ ਆਵਾਜ਼ 500 ਕੇਰੀ। ਕਹਿੰਦੇ 500 ਰੁਪਇਆ ਬਹੁਤ ਹੈ। ਦੂਜੇ ਨੇ ਕਿਹਾ ਜੀ 500 ਦੀ ਆਵਾਜ਼ ਕਰੋ, 500 ਦਾ ਹੁਕਮ ਕਰੋ। ਸੁਨ ਤੀਸਰ ਬੋਲਿਓ ਤਿਸ ਬੇਰੀ। ਤੇ ਤੀਜਾ ਸਿੰਘ ਬੋਲਿਆ ਵੀ ਇੱਥੇ ਤਾਂ 500 ਦੇਣ ਵਾਲੇ ਵੀ ਕੋਈ ਨਹੀਂ ਸਾਡੇ ਵਿੱਚੋਂ ਦਾ ਕੋਈ। ਹਾਂਜੀ ਬਹੁਤ 500 ਪੀ ਇਨ ਕਹਿਓ। ਕਹਿੰਦੇ 500 ਰੁਪਇਆ ਵੀ ਉਹਨਾਂ ਵੇਲਿਆਂ 'ਚ 500 ਵੀ ਬਹੁਤ ਸੀ। ਕਹਿੰਦੇ 500 ਰੁਪਇਆ ਵੀ ਬਹੁਤ ਜ਼ਿਆਦਾ ਹੈ। ਇਸ ਤੇ ਅਲਪ ਕਹਿਨ ਹਮ ਲਹਿਓ। ਇਹਦੇ ਤੋਂ ਵੀ ਥੋੜਾ ਕਹਿਣਾ ਚਾਹੀਦਾ। ਮੇਰਾ ਤਾਂ ਇਹ ਮਤ ਹੈ, ਮੇਰੀ ਤਾਂ ਇਹ ਵਿਚਾਰ ਹੈ। ਸੁਨ ਚੌਥੋ ਬੋਲਿਓ ਸਭ ਮਾਹੂ। ਸੁਣ ਕੇ ਫਿਰ ਚੌਥਾ ਸਿੰਘ ਬੋਲਿਆ ਗੁਰ ਟਿਗ ਤਨ ਕੀ ਨਹੀਂ ਪਰਵਾਹੂ। ਕਹਿੰਦੇ ਸਤਿਗੁਰੂ ਜੀ ਦੇ ਪਾਸ ਧਨ ਦੀ ਕੋਈ ਕਮੀ ਨਹੀਂ। ਪੰਚਮ ਕਹਿ 5 ਲੱਖ ਲਾਵੋ। ਤੇ ਜਿਹੜਾ ਚੌਥਾ ਬੋਲਿਆ ਨਾ ਕਹਿੰਦਾ ਜੀ ਗੁਰੂ ਜੀ ਕੋਲ ਕਿਹੜਾ ਧਨ ਦੀ ਕਮੀ ਹੈ। ਤੇ ਪੰਜਵਾਂ ਬੋਲਿਆ ਕਹਿੰਦਾ ਫਿਰ 5 ਲੱਖ ਲੈ ਲਓ, ਕਿਉਂਕਿ 5 ਜਣੇ ਲਾ ਰਹੇ ਨੇ ਨਾ ਵਿਵੇਕ। ਪਹਿਲਾ ਬੋਲਿਆ 5000, ਦੂਜਾ ਕਹਿੰਦਾ ਨਾ ਬਈ 500 ਬਹੁਤ ਹੈ, ਤੀਜਾ ਕਹਿੰਦਾ ਵੀ 500 ਵੀ ਜ਼ਿਆਦਾ, ਤੇ ਚੌਥਾ ਕਹਿੰਦਾ ਗੁਰੂ ਕੋਲ ਕੋਈ ਕਮੀ ਆ। ਤੇ ਫਿਰ ਪੰਜਵਾਂ ਕੋਲੋਂ ਬੋਲਿਆ ਕਹਿੰਦਾ ਗੁਰੂ ਕੋਲੋਂ 5 ਲੱਖ ਕਹਿ ਦਿਓ, ਸਤਿਗੁਰਾਂ ਨੇ ਤਾਂ 5 ਲੱਖ ਵੀ ਦੇ ਦੇਣਾ। ਅਬ ਹੀ ਦਰਬ ਗੁਰੂ ਤੇ ਪਾਵੋ। ਹੁਣੇ ਸਤਿਗੁਰਾਂ ਨੇ ਹਾਜ਼ਰ ਕਰ ਦੇਣਾ, ਸਤਿਗੁਰਾਂ ਨੂੰ ਕਿਹੜਾ ਕਿਤੇ ਲੈਣ ਜਾਣ ਪੈਣਾ। ਤੁਸੀਂ 5 ਲੱਖ ਕਹਿਣਾ ਤੇ ਸਤਿਗੁਰਾਂ ਨੇ 5 ਲੱਖ ਹੀ ਹਾਜ਼ਰ ਕਰ ਦੇਣਾ। ਸੁਨਤ ਖਾਲਸੇ ਸਕਲ ਵਿਚਾਰੇ। ਇਹ ਵਿਚਾਰਾਂ ਹੋਈਆਂ ਸਾਰੇ ਖਾਲਸੇ 'ਚ। ਇਹ ਸਾਰੀ ਵਿਚਾਰ ਤੋਂ ਬਾਅਦ ਕਰ ਮਸਲਤ ਕੋ ਬਹੁਰ ਉਚਾਰਿਓ। ਆਪਸ ਵਿੱਚ ਸਲਾਹ ਕਰਕੇ ਸਾਰਿਆਂ ਨੇ ਫਿਰ ਵਿਚਾਰ ਕਰਕੇ ਬੋਲੇ ਕਹੋ ਜਿਤਕ ਗੁਰ ਦੇ ਤਨ ਤੇਤੋ। ਕਹਿਣ ਲੱਗੇ ਸਿੰਘੋ ਸਤਿਗੁਰਾਂ ਨੂੰ ਤਾਂ ਜਿੰਨਾ ਕਹੋਗੇ ਸਤਿਗੁਰਾਂ ਨੇ ਓਨਾ ਹੀ ਦੇ ਦੇਣਾ। ਸਾਰੀ ਲక్ష్ਮੀ ਉਹਨਾਂ ਦੀ ਹੈ। ਤੁਸੀਂ ਕਹਿ ਦਿਓ ਸਾਰੀ ਧਰਤੀ ਦੀ ਲక్ష్ਮੀ ਦੇਣ ਨੂੰ ਤਾਂ ਉਹ ਵੀ ਦੇ ਦੇਣਗੇ। ਉਹਨਾਂ ਨੂੰ ਤਾਂ ਦੇਣ ਵਾਸਤੇ ਕੋਈ ਔਖਿਆਈ ਨਹੀਂ। ਉਹ ਤਾਂ ਹੈ ਨਹੀਂ ਦਾਤੇ, ਉਹ ਤਾਂ ਦਾਤੇ ਹਨ। ਸਤਿਗੁਰੂ ਜੀ ਨੂੰ ਦੇਣ ਵਾਸਤੇ ਜੇ ਉਹ ਕਹਿਣ ਜਿੰਨਾ ਧਨ ਕਹੋਗੇ ਓਨਾ ਉਹਨਾਂ ਨੇ ਦੇ ਦੇਣਾ। ਹੁਣ ਸਿੰਘਨ ਕੋ ਲਾਗੈ ਏਤੋ। ਬਾਅਦ ਜੇ ਕਿਤੇ ਕਮੀਆਂ ਸਾਡੇ ਕੋਲੋਂ ਵੀ ਹੋਣੀਆਂ ਨੇ, ਅਸੀਂ ਵੀ ਕਮੀਆਂ ਦੇ ਪੁਤਲੇ ਆ, ਜੀਵ ਆ। ਕਹਿੰਦੇ ਫਿਰ ਸਿੰਘਾਂ ਨੂੰ ਵੀ ਓਨਾ ਹੀ ਦੇਣਾ ਪੈਣਾ ਕਰਨਾ, ਕਿਉਂਕਿ ਮਰਿਆਦਾ ਪੰਥ ਦੀ ਚੱਲਣੀ ਹੈ। ਜਿਵੇਂ ਹੁਣ ਚੱਲੇਗੀ ਅੱਗੇ ਇਦਾਂ ਹੀ ਚੱਲਣੀ ਹੈ। ਜੇ ਸਤਿਗੁਰਾਂ ਨੂੰ ਜਿੰਨਾ ਕਹੋਗੇ ਉਹਨਾਂ ਨੇ ਦੇ ਦੇਣਾ। ਮੁੜ ਕੇ ਜੇ ਸਿੰਘ ਦੇ ਕੋਲੋਂ ਕਿਸੇ ਕੋਲੋਂ ਕਮੀ ਹੋਈ ਤੇ ਫਿਰ ਵੇਖ ਲਓ ਆਪਾਂ ਸਾਰੇ ਸਿੰਘ ਆ, ਆਪਾਂ ਨੂੰ ਵੀ ਓਨਾ ਹੀ ਦੇਣਾ ਪਵੇਗਾ। ਕੋ ਦੇ ਸਕਹਿ ਨਾ ਕਰੋ ਵਿਚਾਰਨ। ਕੌਣ ਦੇ ਸਕੇਗਾ? ਇਸ ਗੱਲ ਦੀ ਵਿਚਾਰ ਨਹੀਂ ਕਰਦੇ ਤੁਸੀਂ। ਕੋਈ 5 ਲੱਖ ਕਹਿੰਦਾ ਹੈ, ਕੋਈ 5000 ਕਹਿੰਦਾ ਹੈ, ਕੋਈ ਕਿੰਨੇ ਕਹਿੰਦਾ। ਕਹਿੰਦੇ ਵੀ ਜੇ ਆਪਾਂ ਨੂੰ ਲੱਗੇਗਾ ਵਿਵੇਕ ਤੇ ਫਿਰ ਕੌਣ ਦੇਵੇਗਾ? ਦੱਸੋ ਵਿਚਾਰ ਕਰਕੇ। ਜਾਂ ਤੇ ਕੀਜੈ ਉਚਿਤ ਉਚਾਰਨ। ਇਸ ਕਰਕੇ ਉਚਿਤ ਉਚਾਰਨ ਕਰੋ ਵੀ ਜੋ ਯੋਗ ਹੋਵੇ। ਸਭ ਸਭ ਸਮਝੇ ਕਰੀ ਆਵਾਜ਼। ਸਾਰੇ ਪੰਥ ਨੂੰ ਇਹੀ ਹੁੰਦੀ ਨਾ ਵਿਚਾਰ, ਤਾਂ ਪੰਥਕ ਮਰਿਆਦਾ ਵਿਚਾਰ। ਸਿੰਘਾਂ ਨੇ ਵਿਚਾਰ ਕੀਤੀ, ਸਿੰਘਾਂ ਨੇ ਸਾਰਿਆਂ ਨੇ ਆਪਸ 'ਚ ਨੂੰ ਮਤਾ ਕਹਿੰਦੇ ਆ, ਮਤਾ ਪਕਾਇਆ, ਗੁਰਮਤਾ ਕੀਤਾ। ਤੇ ਜਿਹੜੀ ਆਉਣ ਵਾਲੇ ਸਮੇਂ ਵਿੱਚ ਵੀ ਪੰਥ ਵਿੱਚ ਚੱਲਣੀ ਮਰਿਆਦਾ ਵਿਚਾਰ ਕਰਕੇ ਫਿਰ ਬੋਲੇ ਦੇਹ ਸਵਾਸੈ ਧਨ ਮਹਾਰਾਜ। ਮਹਾਰਾਜ 125 ਰੁਪਈਆ ਆਪ ਜੀ ਹਾਜ਼ਰ ਕਰ ਦਿਓ ਪੰਥ 'ਚ। ਅਖੀਰ ਨੂੰ 125 ਦੇ ਉੱਤੇ ਫੈਸਲਾ ਹੋਇਆ।
ਕਿਉਂਕਿ ਕੱਲ ਨੂੰ ਜੋ ਕਿਸੇ ਸਿੰਘ ਨੂੰ ਲੱਗੇ ਵਿਵੇਕ ਤਾਂ ਉਹ ਵੀ ਦੇਣ ਜੋਗਾ ਹੋਵੇ। ਕੋਈ ਲੋਭ ਥੋੜੀ ਹੈ, ਲਾਲਚ ਥੋੜੀ ਸੀ ਵੀ ਲੈਣਾ ਇਹ ਨਾ, ਉਹ ਤਾਂ ਇੱਕ ਪ੍ਰਕਾਰ ਦੀ ਮਰਿਆਦਾ ਚਲਾਉਣੀ ਸੀ। ਅਸਲੀ ਗੱਲ ਤਾਂ ਉੱਥੇ ਪਛਤਾਵੇ, ਜਿਹੜੀ ਇਹ ਤਨਖਾਹ ਲੱਗਦੀ ਹੈ ਕਿਸੇ ਦੇ ਕੋਲੋਂ ਕਿਸੇ ਕੁਰੈਤ ਦੀ, ਉਹਦੀ ਅਸਲੀ ਖੇਡ ਤਾਂ ਹੁੰਦੀ ਹੈ ਵੀ ਉਹਦੇ ਮਨ 'ਚ ਪਛਤਾਵਾ ਹੋਵੇ ਵੀ ਮੇਰੇ ਕੋਲੋਂ ਗਲਤੀ ਹੋਈ। ਤੇ ਇਹ ਕੋਈ ਦੰਡ ਥੋੜੀ ਆ ਵੀ ਫਾਂਸੀ ਥੋੜੀ ਚਾੜ ਦੇਣਾ ਅਗਲੇ ਨੂੰ ਵੀ ਤੂੰ ਆ ਮਾੜਾ ਕੰਮ ਕੀਤਾ ਜਾਂ ਤੇਰੇ ਕੋਲ ਆ ਕੁਰੈਤ ਹੋਈ ਤੈਨੂੰ ਫਾਹੇ ਟੰਗ ਦਈਏ। ਧਰਮ ਮਨ ਦੀ ਪਕੜ ਵਾਸਤੇ ਹੁੰਦਾ ਹੈ। ਸਰੀਰਕ ਤੌਰ ਤੇ ਜੇ ਕਿਸੇ ਕੋਲ ਅਪਰਾਧ ਹੁੰਦਾ ਉਹਦੇ ਲਈ ਕਾਨੂੰਨ ਹੈ, ਪਰ ਜੇ ਕਿਸੇ ਕੋਲੋਂ ਮਨ ਕਰਕੇ ਪਾਪ ਪਛਤਾਵਾ ਕਰੇ, ਤੋਬਾ ਕਰੇ ਵੀ ਮੇਰੇ ਕੋਲੋਂ ਗੁਨਾਹ ਹੋਇਆ, ਧਰਮ ਤਾਂ ਉਹ ਸਿਖਾਉਂਦਾ ਵੀ ਉਹਦੇ ਅੰਦਰ ਪਛਤਾਤਾਪ ਹੋਵੇ। ਇਹ ਮਰਿਆਦਾ ਪੰਥ ਦੀ ਵੀ ਜਦੋਂ ਸਾਰੇ ਪੰਥ ਦੇ ਸਾਹਮਣੇ ਆਵੇਗਾ, ਲਜਾਏਮਾਨ ਵੀ ਹੋਵੇਗਾ, ਨਾਲੇ ਪੰਥ ਅੱਗੇ ਨਿਮਰਤਾ ਆਵੇਗੀ। ਜਦੋਂ ਗੁਰਬਾਣੀ ਪੜ੍ਹੇਗਾ 40 ਦਿਨ ਜਾਂ ਜੋੜੇ ਝਾੜੇਗਾ, ਭਾਂਡੇ ਮਾਂਜੇਗਾ, ਉਹਦੇ ਮਨ ਦੀ ਮੈਲ ਧੁੱਪੇਗੀ, ਨਿਮਰਤਾ ਹਲੀਮੀ ਆਵੇਗੀ। ਅਸਲੀ ਖੇਡ ਤਾਂ ਇਹ ਹੈ। ਹਾਂਜੀ, ਸਤਿਗੁਰ ਕਰ ਮਨਜੂਰ ਤਨਖਾਹੂ। ਮਹਾਰਾਜ ਜੀ ਨੂੰ ਕਹਿੰਦੇ ਜੀ 125 ਰੁਪਈਆ ਆਪ ਜੀ ਨੂੰ ਵਿਵੇਕ ਲਾਇਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸਾਨੂੰ ਮਨਜ਼ੂਰ ਹੈ। ਦੀਨੋ ਸਰਬ ਖਾਲਸੇ ਪਾਹੂ। ਸਤਿਗੁਰੂ ਜੀ ਨੇ 125 ਰੁਪਈਆ ਉਹ ਦਿੱਤਾ, 500 ਰੁਪਈਆ ਹੋਰ ਨਾਲ ਆਖਿਆ ਵੀ ਪੰਥ ਨੂੰ ਮਰਿਆਦਾ ਤਨਖਾਹ ਦੀ 125 ਰੁਪਈਆ ਆਖਿਆ, ਉਹ ਤਾਂ ਦੇ ਦਿੱਤਾ। ਉਹਦੇ ਤੋਂ ਇਲਾਵਾ ਹੋਰ 500 ਰੁਪਈਆ ਮਹਾਰਾਜ ਜੀ ਨੇ ਦਿੱਤਾ। ਸਿੰਘਨ ਲੈ ਕਰ ਕਾਰ ਲਗਾਇਓ। ਸਿੰਘਾਂ ਨੇ ਉਹ ਮਾਇਆ ਲੈ ਕੇ ਤੇ ਉਹ ਮਾਇਆ ਨੂੰ ਲੇਖੇ ਲਾਇਆ। ਵੇਖੋ ਸਿੰਘਾਂ ਨੇ ਆਪਣੀ, ਇਹ ਨਹੀਂ ਵੀ ਆਪਸ 'ਚ ਵੰਡ ਲਈਏ ਹੁਣ, ਉਹ ਮਾਇਆ ਲੈ ਕੇ ਸਿੰਘਾਂ ਨੇ ਉਹਨੂੰ ਸੇਵਾ ਵਿੱਚ ਲਾਇਆ। ਕਿਹੜੀ ਸੇਵਾ 'ਚ ਲਾਇਆ ਦੱਸਦੇ ਨੇ? ਲੰਗਰ ਕੋ ਤੰਬੂ ਬਣਵਾਇਓ। ਲੰਗਰ ਦਾ ਤੰਬੂ ਮਸਤਾਨਾ ਸੀ। ਸਿੰਘਾਂ ਨੇ ਮਾਇਆ ਜਾ ਕੇ ਉਹ ਲੰਗਰ ਦਾ ਤੰਬੂ ਤਿਆਰ ਕਰਾ ਲਿਆ। ਮਾਇਆ ਦਿੱਤੀ ਇੱਕ ਸੋਹਣਾ ਜਿਹਾ ਤੰਬੂ, ਵੀ ਲੰਗਰ ਜਿੱਥੇ ਪੱਕਣਾ ਹੈ ਜਾਂ ਛਕਣਾ ਹੈ, ਉਹ ਇੱਕ ਤੰਬੂ ਦੀ ਲੋੜ ਹੋਵੇਗੀ ਸਿੰਘਾਂ ਨੂੰ। ਜਿੱਥੇ ਲੋੜ ਹੋਵੇ ਉੱਥੇ ਮਾਇਆ ਖਰਚਣੀ ਚਾਹੀਦੀ ਹੈ। ਇਹ ਵੀ ਗੁਰੂ ਘਰ ਦੀ ਮਰਿਆਦਾ ਹੈ। ਜਿਹੜੀ ਵਸਤੂ ਦੀ ਲੋੜ ਨਹੀਂ ਉੱਥੇ ਮੁੜ ਮੁੜ ਕੇ ਧਨ ਖਰਚਣਾ ਇਹ ਯੋਗ ਨਹੀਂ ਹੈ। ਜਿੱਥੇ ਜ਼ਰੂਰਤ ਹੈ ਉੱਥੇ ਖਰਚੋ। ਸਿੰਘਾਂ ਨੇ ਉਸ ਮਾਇਆ ਦਾ ਇੱਕ ਤੰਬੂ ਖਰੀਦਿਆ ਤੇ ਤੰਬੂ ਬਣਵਾ ਲਿਆ। ਹਿਰਦੇ ਪ੍ਰਸੰਨ ਕਿਰਪਾ ਨਿਧ ਤਬ। ਸਤਿਗੁਰੂ ਜੀ ਬੜੇ ਖੁਸ਼, ਪ੍ਰਸੰਨ, ਪੰਥ ਦੇ ਉੱਤੇ ਬੜੇ ਹੀ ਪ੍ਰਸੰਨ ਨੇ। ਭਇਓ ਸੁਚੇਤ ਖਾਲਸਾ ਅਬ। ਮਹਾਰਾਜ ਜੀ ਕਹਿੰਦੇ ਸਾਡਾ ਖਾਲਸਾ ਸੁਚੇਤ ਹੋ ਗਿਆ, ਸਾਡਾ ਖਾਲਸਾ ਸਾਵਧਾਨ ਹੋ ਗਿਆ। ਅਸੀਂ ਸੋਚਿਆ ਸੀ ਵੀ ਸਾਡਾ ਪੰਥ ਸਾਜਿਆ, ਹਾਲੇ ਤਾਂ ਰਿੜਨਾ ਸਿੱਖਦਾ ਸਾਡਾ ਪੰਥ। ਮਹਾਰਾਜ ਕਹਿੰਦੇ ਨਹੀਂ, ਸਾਡਾ ਪੰਥ ਤਾਂ ਜਵਾਨ ਹੋ ਗਿਆ। ਮੇਰਾ ਪੰਥ, ਮੇਰਾ ਪੁੱਤਰ ਬਚਪਨ ਵਿੱਚ ਸੀ ਪਹਿਲਾਂ, ਪਰ ਹੁਣ ਸੁਚੇਤ ਹੋ ਗਿਆ। ਮੇਰਾ ਪੰਥ ਜਵਾਨ ਹੋ ਗਿਆ। ਦੋਹਰਾ 500 ਕੀ ਭੇਟ ਦੇ ਪ੍ਰਭ ਜੀ ਸਿੱਖ ਤਨਖਾਹ। ਕਹਿੰਦੇ 500 ਰੁਪਈਆ ਮਹਾਰਾਜ ਜੀ ਨੇ ਉਹ ਵੱਖਰਾ ਭੇਟ ਕੀਤਾ, ਏਦਾਂ ਤਨਖਾਹ ਦਿੱਤੀ ਪੰਥ ਨੂੰ। ਹਮ ਦੀਨੀ ਜੋ ਦੇਨ ਹਿਤ ਤਿਸ ਕੀ ਪੂੰਜੀ ਸਵਾਹਾ। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਅਸੀਂ ਇਹ ਮਰਿਆਦਾ ਚਲਾ ਦਿੱਤੀ ਵੀ ਸਾਨੂੰ ਤਨਖਾਹ ਲਾਈ ਅਸੀਂ ਦੇ ਦਿੱਤੀ। ਇਹ ਮਰਿਆਦਾ ਇਸ ਕਰਕੇ ਚਲਾਈ ਹੈ ਵੀ ਕੱਲ ਨੂੰ ਜੇ ਕਿਸੇ ਸਿੰਘ ਨੂੰ ਤਨਖਾਹ ਲੱਗੇ ਉਹ ਨਾ ਦੇਵੇ, ਆਖੇ ਵੀ ਚਲੋ ਕੀ ਗੱਲ ਹੈ ਕੋਈ ਨਹੀਂ 125 ਰੁਪਈਆ ਜਾਂ 500 ਰੁਪਈਆ, ਉਹ ਨਾ ਦੇਵੇ ਔਰ ਤਨਖਾਹ ਦੇ ਪੈਸੇ ਰੱਖ ਜਾਵੇ ਜਿਹੜੇ ਉਹਨੂੰ ਲੱਗੇ ਪੰਥ ਕੋਲੋਂ। ਕਹਿੰਦੇ ਉਹਦੀ ਜਿੰਨੀ ਵੀ ਪੂੰਜੀ ਹੈ, ਜਿੰਨੀ ਵੀ ਸੰਪਦਾ ਸੜ ਕੇ ਸੁਆਹ ਹੋ ਜਾਏਗੀ। ਜੇ ਮੰਨ ਲਓ ਪੰਜਾਂ ਨੇ ਕੋਈ ਤਨਖਾਹ ਲਾ ਦਿੱਤੀ ਹੈ, ਜੇ ਉਹਨਾਂ ਨੇ ਕਹਿ ਦਿੱਤਾ ਵੀ ਭਾਈ ਤੂੰ 500 ਰੁਪਏ ਦੀ ਦੇਗ ਤੇ ਚੜਾਉਣੀ ਹੈ ਗੁਰੂ ਘਰ, ਤੈਂ ਜਾਂ ਮਾਇਆ ਭੇਟ ਕਰਕੇ ਅਖੰਡ ਪਾਠ ਸਾਹਿਬ ਕਰਾਉਣਾ ਹੈ ਜਾਂ ਇੰਨੀ ਮਾਇਆ ਤੂੰ ਅਰਦਾਸੇ ਕਰਾਉਣੀ, ਉਹ ਨਾ ਦੇਵੇ ਤੇ ਕਲਗੀਧਰ ਜੀ ਕਹਿੰਦੇ ਸਾਨੂੰ ਕਹੀ ਅਸੀਂ ਦੇ ਦਿੱਤੀ ਆ ਪੰਥ, ਇਹ ਮਰਿਆਦਾ ਚਲਾਈ ਹੈ। ਤੇ ਜੇ ਕੋਈ ਆਉਣ ਵਾਲੇ ਸਮੇਂ 'ਚ ਇਹਦੇ ਤੇ ਢਿੱਲ ਮੱਠ ਕਰੇਗਾ, ਨਾ ਦੇਵੇਗਾ ਪੰਜਾਂ ਵੱਲੋਂ ਲਾਏ ਵਿਵੇਕ ਦੀ ਮਾਇਆ, ਕਹਿੰਦੇ ਉਹਦੀ ਜਿੰਨੀ ਪੂੰਜੀ ਹੋਵੇਗੀ ਸਵਾਹ ਹੋ ਜਾਏਗੀ, ਖਤਮ ਹੋ ਜਾਏਗੀ।
ਕਿਉਂਕਿ ਉਹ ਤਨਖਾਹ ਦੀ ਜਿਹੜੀ ਲੱਗੀ ਮਾਇਆ ਉਹ ਗੁਰੂ ਕੀ ਹੋ ਗਈ ਨਾ, ਉਹ ਫਿਰ ਗੁਰੂ ਦੇ ਚਰਨਾਂ 'ਚ ਅਰਪਣ ਕਰਨੀ ਬਣ ਆਉਂਦੀ ਹੈ ਤੇ ਦੇਣੀ ਚਾਹੀਦੀ ਹੈ। ਮਰਿਆਦਾ ਕਲਗੀਧਰ ਜੀ ਕਹਿੰਦੇ ਅਸੀਂ ਪੰਥ 'ਚ ਚਲਾਉਣ ਵਾਸਤੇ ਸਾਰੀ ਖੇਡ ਵਰਤਾਈ ਹੈ। ਦੋਹਰਾ ਇਤਨੇ ਮੈਂ ਆਵਨ ਕੀਓ, ਜੈਤ ਸਾਧ ਸਮੁਦਾਏ। ਇਹਨੇ ਨੂੰ ਉਧਰੋਂ ਮੰਤ ਜੈਤ ਰਾਮ ਜੀ, ਇਧਰੇ ਸਿੰਘਾਂ ਦੇ ਵਚਨ ਵਿਲਾਸ ਹੋ ਰਹੇ ਨੇ ਕਲਗੀਧਰ ਜੀ ਨਾਲ। ਇਹਨੇ ਨੂੰ ਉਧਰੋਂ ਮੰਤ ਜੈਤ ਰਾਮ ਜੀ ਆਪਣੇ ਨਾਲ ਦੇ ਜਿੰਨੇ ਉਹਨਾਂ ਦੇ ਸਾਧ ਸਨ, ਚੇਲੇ ਸਨ, ਉਹਨਾਂ ਨੂੰ ਨਾਲ ਲੈ ਕੇ ਰਸਤ ਉਚਾਏ ਸੰਗ ਸਭ, ਚਾਵਰ ਚੂਨ ਬਧਾਏ। ਇਹਨੇ ਕੱਚਾ ਸੀਧਾ ਜਿਹੜਾ ਸੀ ਗੁਰੂ ਕੇ ਲੰਗਰਾਂ ਵਿੱਚ, ਕਿਉਂਕਿ ਵਿਵੇਕ ਦਾ ਲੰਗਰ ਤਿਆਰ ਹੋਣਾ ਸੀ, ਇਹਨੇ ਕੱਚੀ ਰਸਤ ਬਸਤ ਜਿਹੜੀ ਸੀ, ਖੰਡ, ਆਟਾ, ਚਾਵਲ, ਦਾਲ, ਘਿਓ, ਹਲਦੀ, ਲੂਣ, ਜੋ ਸਬਜ਼ੀਆਂ ਭਾਜੀਆਂ, ਇਹ ਕੱਚਾ ਸੀਧਾ ਲੈ ਕੇ ਮੰਤ ਜੈਤ ਰਾਮ ਜੀ ਆਪਣਿਆਂ ਚੇਲਿਆਂ ਸਮੇਤ ਸਤਿਗੁਰਾਂ ਕੋਲ ਆਏ। ਚੌਪਈ ਕ੍ਰਿਤ ਮਿਸਟਾਨ ਆਨ ਕਰ ਖਰੇ। ਘਿਓ, ਮਿਸ਼ਟਾਨ ਕਹੀਏ ਮਿੱਠਾ, ਗੁੜ ਜਾਂ ਉਹਦੇ ਤੋਂ ਇਲਾਵਾ ਹੋਰ ਕੁਝ ਮਠਿਆਈਆਂ ਵਗੈਰਾ ਜੋ ਇਹਦੇ ਕੋਲ ਪਕਵਾਨ ਬਣੇ ਹੋਏ ਸਨ, ਉਹ ਲਿਆ ਕੇ ਮੰਤ ਜੈਤ ਰਾਮ ਜੀ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਏ। ਸਕਲ ਕਿਰਪਾ ਨਿਧ ਆਗੇ ਧਰੇ। ਸਾਰੀਆਂ ਰਸਤਾਂ ਬਸਤਾਂ, ਖੰਡ, ਘਿਓ, ਆਟਾ ਵਗੈਰਾ ਲਿਆ ਕੇ ਮੰਤ ਜੀ ਨੇ ਸਤਿਗੁਰੂ ਜੀ ਦੇ ਸਨਮੁਖ ਕਿਰਪਾ ਨਿਧ ਸਤਿਗੁਰਾਂ ਦੇ ਸਨਮੁਖ ਲਿਆ ਕੇ ਰੱਖੇ। ਬ੍ਰਿੰਦ ਬਾਜ ਜਿਸ ਥਲ ਬੈਠਾਰੇ। ਮਹਾਰਾਜ ਜੀ ਕੋਲ ਇੱਕ ਬਾਜ ਥੋੜੀ ਸੀ, ਸਤਿਗੁਰਾਂ ਕੋਲ ਕਈ ਬਾਜ ਸਨ। ਸ਼ਿਕਾਰ ਵਾਲੇ ਬਾਜਾਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਤੇ ਉਹ ਬਹੁਤ ਸਾਰੇ ਬਾਜ ਮਹਾਰਾਜ ਜੀ ਨੇ ਬਾਜਾਂ ਨੂੰ ਤਾਂ ਅੱਡੇ ਬਣੇ ਹੁੰਦੇ ਆ ਜਿੱਥੇ ਉਹਨਾਂ ਨੂੰ ਬੰਨ੍ਹਦੇ। ਬੰਨਣਾ ਕਿਵੇਂ ਹੁੰਦਾ, ਉਹਨਾਂ ਦੀ ਪੈਰ 'ਚ ਨਾ ਡੋਰੀ ਪਾ ਕੇ ਰੇਸ਼ਮ ਦੀ, ਤੇ ਇੱਕ ਲੱਕੜ ਦੀ ਤਖਤੀ ਜੀ ਹੁੰਦੀ ਆ, ਉਹਦੇ ਨਾਲ ਉਹਨਾਂ ਨੂੰ ਬੰਨ੍ਹ ਦਿੰਦੇ ਆ। ਉਹਨਾਂ ਨੂੰ ਬਾਜਾਂ ਦੇ ਅੱਡੇ ਕਹਿ ਦਿੰਦੇ ਨੇ, ਤੇ ਪੈਰ 'ਚ ਡੋਰੀ ਪਾਈ ਹੁੰਦੀ। ਜਿੱਥੇ ਮਹਾਰਾਜ ਜੀ ਦੇ ਉਹ ਸਾਰੇ ਬਾਜ ਅੱਡਿਆਂ ਤੇ ਬੰਨੇ ਹੋਏ ਸੀ, ਉੱਥੇ ਹੁਣ ਮੰਤ ਜੈਤ ਰਾਮ ਜੀ ਚੱਲ ਕੇ ਆਏ। ਭਇਓ ਜੈਤ ਥਿਰ ਤਿਨਹੁ ਆਗਾਰੇ। ਉਹਨਾਂ ਸਾਰਿਆਂ ਬਾਜਾਂ ਦੇ ਸਾਹਮਣੇ ਆ ਕੇ ਮੰਤ ਜੈਤ ਰਾਮ ਜੀ ਖਲੋ ਗਏ। ਹਾਥ ਜੋੜ ਕਰ ਬਿਨੈ ਬਖਾਨੇ। ਉਹਨਾਂ ਬਾਜਾਂ ਅੱਗੇ ਹੱਥ ਜੋੜ ਕੇ ਵੀ ਇਹ ਵੀ ਦਸਵੇਂ ਪਾਤਸ਼ਾਹ ਦੇ ਬਾਜ ਨੇ। ਬਾਜਾਂ ਵਾਲੇ ਤਾਂ ਹੀ ਕਹਿੰਦੇ ਆ ਕਲਗੀਧਰ ਨੂੰ, ਇਹਨਾਂ ਬਾਜਾਂ ਦਾ ਵਿਸ਼ੇਸ਼ਣ ਲੱਗਦਾ ਸਤਿਗੁਰਾਂ ਦੇ ਨਾਲ। ਬਾਜਾਂ ਵਾਲੇ ਕਹਿੰਦੇ ਆ ਸਤਿਗੁਰਾਂ ਨੂੰ ਵੀ ਬਾਜਾਂ ਵਾਲੇ, ਨੀਲੇ ਵਾਲੇ। ਹਾਲਾਂਕਿ ਘੋੜਾ ਤਾਂ ਸਤਿਗੁਰਾਂ ਕੋਲ ਨੀਲਾ ਹੀ ਥੋੜੀ ਹੋਣਾ, ਘੋੜੇ ਤਾਂ ਹੋਰ ਵੀ ਰੰਗ ਦੇ ਸਨ। ਕੁਮੈਤ ਰੰਗ ਦੇ ਘੋੜੇ ਵੀ ਸਨ ਮਹਾਰਾਜ ਜੀ ਦੇ ਪਾਸ। ਤੋ ਇਹ ਵਿਸ਼ੇਸ਼ਣ, ਚਿੱਟਾ ਬਾਜ ਇੱਕੋ ਹੀ ਥੋੜੀ ਸੀ ਵੀ ਚਿੱਟੇ ਬਾਜਾਂ ਵਾਲੇ ਕਹਿ ਨੇ, ਬਾਜ ਹੋਰ ਵੀ ਬੜੇ ਸਨ ਸਤਿਗੁਰਾਂ ਦੇ ਪਾਸ। ਤੇ ਇਹ ਸਤਿਗੁਰਾਂ ਦੇ ਬਾਜ ਨੇ। ਤੇ ਮੰਤ ਜੀ ਜੈਤ ਰਾਮ ਜੀ ਉਹਨਾਂ ਬਾਜਾਂ ਦੇ ਮੂਹਰੇ ਆ ਕੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰ ਰਹੇ ਨੇ। ਤੇ ਮੰਤ ਜੀ ਦੀ ਬੇਨਤੀ ਬਾਜ ਵੀ ਪ੍ਰਵਾਨ ਕਰ ਰਹੇ ਨੇ, ਕਿਉਂਕਿ ਇਹ ਬਾਜ ਵੀ ਪੂਰਬਲੇ ਜਨਮਾਂ ਦੇ ਭਗਤ ਨੇ ਜਿਨ੍ਹਾਂ ਨੂੰ ਕਲਗੀਧਰ ਜੀ ਦੀ ਛੂਹ ਪ੍ਰਾਪਤ ਹੋਈ। ਕੋਈ ਛੋਟੇ ਭਾਗ ਨਹੀਂ ਸਨ ਇਹਨਾਂ ਦੇ ਵੀ। ਸਤਿ ਸ਼੍ਰੀ ਅਕਾਲ। ਉਹ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ।
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਏ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ। ਏ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਏ ਬਵੇਕ। ਅਪਰੰਪਰ ਹਰ ਹਰੇ, ਅਹਿ ਪੀ ਹੋਵਨ ਹਾਰ। ਏ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰੱਖੋ ਹੀਐ ਪਰੋਏ। ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਸੇਵੰਦੇ। ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।